ਵਾਹਿਗੁਰੂ ਸਾਹਿਬ ਜੀਓ। ਅਨੁਭਵ ਅਨਾਸ ਤ੍ਰਿਤ ਧਰ ਤੁਰਾਸ। ਆ ਜਾਨ ਬਾਹੂ ਏਕੈ ਸਦਾਹੋ। ਓੰਕਾਰ ਆਦਿ ਕਥਨੀ ਅਨਾਦ। ਖਲ ਖੰਡ ਖਿਆਲ ਗੁਰਬਰ ਅਕਾਲ। ਖਲ ਖੰਡ ਖਿਆਲ ਗੁਰਬਰ ਅਕਾਲ। ਘਰ ਘਰ ਪ੍ਰਣਾਮ ਚਿਤ ਚਰਨ ਨਾਮ। ਅਨਛਿਜ ਗਾਤ ਆਜਿਜ ਬਾਤ। ਅਨਝੰਝ ਗਾਤ ਅਨਰੰਜ ਬਾਤ। ਅਨ ਟੁੱਟ ਪੰਢਾਰ ਅਨ ਠਟ ਅਪਾਰ। ਆਡੀਠ ਧਰਮ ਅਤ ਢੀਠ ਕਰਮ। ਅਣ ਬ੍ਰਣ ਅਨੰਤ ਦਾਤਾ ਮਹੰਤ। ਆਡੀਠ ਧਰਮ ਅਤ ਢੀਠ ਕਰਮ। ਅਣ ਬ੍ਰਣ ਅਨੰਤ ਦਾਤਾ ਮਹੰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ, ਇਸ ਜੀਵਨ ਨੂੰ ਆਪ ਜੀ ਇਸ ਸਮੇਂ ਨੂੰ ਗੁਰੂ ਚਰਨਾਂ ਵਿੱਚ ਪਹੁੰਚ ਕੇ ਸਫਲ ਕਰ ਰਹੇ ਹੋ। ਗੁਰੂ ਕਲਗੀਧਰ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਬਾਣੀ ਜਾਪ ਸਾਹਿਬ ਵਿੱਚੋਂ ਅੱਜ ਦੇ 5 ਸ਼ੰਤ ਆਪ ਜੀ ਨੇ ਸਰਵਣ ਕੀਤੇ ਹਨ। ਬਹੁਤ ਮਹਿੰਗੇ ਸ਼ਬਦ ਇਸ ਸ਼ੰਤ ਦੇ ਵਿੱਚ ਕਹੇ ਗਏ ਹਨ। ਇੱਕ ਵਚਨ ਕਿਹਾ, ਕਹਿੰਦੇ ਓੰਕਾਰ ਆਦਿ ਕਥਨੀ ਅਨਾਦ। ਖਲ ਖੰਡ ਖਿਆਲ ਗੁਰਬਰ ਅਕਾਲ। ਇਹ ਉਹਦੇ ਗੁਣ ਹਨ ਅਕਾਲ ਪੁਰਖ ਦੇ। ਬੜਾ ਮਹਿੰਗਾ ਗਿਆਨ ਇਹਦੇ ਵਿੱਚ ਇਸ ਜੋ 167 ਨੰਬਰ ਸ਼ੰਤ ਹੈ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹਦੇ ਵਿੱਚ ਦਿੱਤਾ ਹੈ। ਓੰਕਾਰ ਜੋ ਸ਼ਬਦ ਹੈ, ਇਹ ਆਰੰਭ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਆਉਂਦਾ ਹੈ। ਉਹਦੇ ਅੱਗੇ ਇੱਕ ਲੱਗਾ ਹੋਇਆ ਹੈ, ਇੱਕ ਓੰਕਾਰ। ਔਰ ਵਾਰ-ਵਾਰ ਜਿੱਥੇ ਬਾਣੀ ਦਾ ਉਚਾਰਨ ਨਵੇਂ ਤੌਰ ਉੱਤੇ ਕਰਨਾ ਹੁੰਦਾ ਹੈ,
ਹਜ਼ੂਰ ਉੱਥੇ ਫਿਰ ਇੱਕ ਓੰਕਾਰ ਸ਼ਬਦ ਦੀ ਵਰਤੋਂ ਕਰਦੇ ਨੇ। ਓੰਕਾਰ ਜਾਂ ਇਹਦੇ ਅੱਗੇ ਇੱਕ ਲਾਇਆ ਹਜ਼ੂਰ ਨੇ। ਇਹ ਓੰਕਾਰ ਜਿਹੜਾ ਲਫ਼ਜ਼ ਹੈ ਇਹ ਪਹਿਲਾਂ ਵੀ ਸਿੱਖੀ ਦੇ ਆਰੰਭ ਹੋਣ ਤੋਂ ਪਹਿਲਾਂ ਵੀ ਸਾਹਿਤ ਵਿੱਚ ਵਰਤਿਆ ਜਾਂਦਾ ਸੀ, ਵੇਦਾਂ ਵਿੱਚ, ਪੁਰਾਣਾਂ ਵਿੱਚ। ਉੱਥੇ ਇਹਦਾ ਰੂਪ ਸੀ ਓਮ। ਫਿਰ ਗੁਰੂ ਸਾਹਿਬ ਨੇ ਇਸ ਲਫ਼ਜ਼ ਨੂੰ ਕੀਤਾ ਓੰਕਾਰ। ਓੰਕਾਰ ਵੇਦ ਨਿਰਮੈ। ਓੰਕਾਰ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ। ਇਹ ਇੱਕ ਆਵਾਜ਼ ਦਾ ਨਾਮ ਹੈ। ਜਿਵੇਂ ਦੋ ਭਾਂਡਿਆਂ ਨੂੰ ਤੁਸੀਂ ਆਪਸ ਵਿੱਚ ਖੜਕਾ ਦਿਓ ਕਿਸੇ ਹਾਲ ਦੇ ਵਿੱਚ, ਕਿਸੇ ਬਿਲਡਿੰਗ ਦੇ ਅੰਦਰ ਕਿਸੇ ਦੋ ਚੀਜ਼ਾਂ ਨੂੰ ਆਪਸ ਵਿੱਚ ਟਕਰਾਓ, ਜਦੋਂ ਉਹਨਾਂ ਭਾਂਡਿਆਂ ਨੂੰ ਆਪਸ ਵਿੱਚ ਜਦੋਂ ਇੱਕ ਦੂਜੇ ਦੇ ਨਾਲ ਉਹ ਖਹਿੰਦੇ ਨੇ ਤੇ ਉਹਨਾਂ ਦੇ ਖਹਿਣ ਦੀ ਦੋ ਤਰ੍ਹਾਂ ਦੀ ਆਵਾਜ਼ ਹੈ। ਇੱਕ ਤਾਂ ਜਦੋਂ ਆਪਸ ਵਿੱਚ ਵੱਜਦੇ ਨੇ, ਇੱਕ ਆਵਾਜ਼ ਉਹ ਹੈ। ਇੱਕ ਆਵਾਜ਼ ਉਹਨਾਂ ਦੇ ਆਪਸ ਵਿੱਚ ਟਕਰਾਉਣ ਤੋਂ ਬਾਅਦ ਕਿੰਨੇ ਸੈਕਿੰਡ ਤੱਕ ਆਪੇ ਗੂੰਜਦੀ ਰਹਿੰਦੀ ਹੈ। ਉਹਨਾਂ ਦੇ ਵੱਜਣ ਤੋਂ ਬਾਅਦ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਆਵਾਜ਼ ਜਿਹੜੀ ਹੈ ਉਹਨਾਂ ਤੋਂ ਬਾਅਦ ਵਾਲੀ ਸਦਾ ਬ੍ਰਹਿਮੰਡ ਦੇ ਵਿੱਚ ਕਾਇਮ ਹੋ ਜਾਂਦੀ ਹੈ। ਇੱਕ ਇਸ ਤਰ੍ਹਾਂ ਦੀ ਆਵਾਜ਼ ਅਕਾਲ ਪੁਰਖ ਦੇ ਮੂੰਹ ਤੋਂ ਨਿਕਲੀ ਜਦੋਂ ਉਹਨੇ ਸ੍ਰਿਸ਼ਟੀ ਬਣਾਈ। ਤੇ ਕਿਵੇਂ ਬਣਾਈ, ਕਿਹੜੇ ਤਰੀਕੇ ਨਾਲ? ਉਹ ਕਿਹੜਾ ਤਰੀਕਾ ਸੀ ਕਿ ਜਿਹਦੇ ਨਾਲ ਇਹ ਸਾਰਾ ਕੁਝ ਘੜਿਆ ਗਿਆ? ਉਹ ਤਰੀਕਾ ਸੀ ਕਿ ਅਕਾਲ ਪੁਰਖ ਦੇ ਮੁਖਾਰ ਬਿੰਦ ਦੇ ਵਿੱਚੋਂ ਇੱਕ ਸ਼ਬਦ ਪੈਦਾ ਹੋਇਆ। ਜਿਵੇਂ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਕਿ ਸਗਲ ਭਵਨ ਕੀ ਮੂਰਤ ਏਕਾ। ਆ ਜਿੰਨਾ ਸੰਸਾਰ ਬਣਿਆ ਇਹਦੀ ਮੂਰਤ ਇੱਕੋ ਥਾਂ 'ਤੇ ਘੜੀ ਗਈ ਹੈ। ਜਿੰਨੇ ਸਰੀਰ ਬਣੇ ਨੇ ਇੱਕੋ ਥਾਂ ਤੋਂ ਬਣੇ ਨੇ, ਇੱਕੋ ਫੈਕਟਰੀ ਵਿੱਚੋਂ। ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰਾ ਟਕਸਾਲਾ। ਟਕਸਾਲ ਕਹਿੰਦੇ ਫੈਕਟਰੀ ਨੂੰ, ਟਕਸਾਲ ਕਹਿੰਦੇ ਉਸ ਥਾਂ ਨੂੰ ਜਿੱਥੇ ਕੋਈ ਚੀਜ਼ ਨਵੀਂ ਬਣਾਈ ਜਾਂਦੀ, ਘੜੀ ਜਾਂਦੀ। ਲੋਹੇ ਦੇ ਟੁਕੜੇ ਤੋਂ ਅੱਗੋਂ ਔਜ਼ਾਰ, ਮਸ਼ੀਨਾਂ ਤਿਆਰ ਕੀਤੀਆਂ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ। ਤੂੰ ਆਪਣੇ ਮੂੰਹ ਤੋਂ ਇੱਕ ਸ਼ਬਦ ਕੀਤਾ ਤੇ ਤੇਰਾ ਮੂੰਹ ਹੀ ਸੰਸਾਰ ਨੂੰ ਬਣਾਉਣ ਵਾਲੀ ਫੈਕਟਰੀ ਬਣ ਗਿਆ। ਉਹ ਸ਼ਬਦ ਦੁਆਰਾ ਤੂੰ ਬਣਾਇਆ ਹੈ। ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਸਾਰੀ ਸ੍ਰਿਸ਼ਟੀ ਸ਼ਬਦ ਵਿੱਚੋਂ ਆਈ ਹੈ ਤੇ ਉਸ ਸ਼ਬਦ ਦਾ ਇੱਕ ਜਦੋਂ ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਦੀ ਸਾਧਨਾ ਕੀਤੀ, ਬੰਦਗੀ ਕੀਤੀ, ਭਗਤੀ ਕੀਤੀ, ਉਹਦੇ ਨਾਲ ਪਿਆਰ ਕੀਤਾ, ਜਿਉਂ-ਜਿਉਂ ਆਪਣੇ ਅੰਦਰ ਗਏ, ਜਿਉਂ-ਜਿਉਂ ਆਪਣੇ ਆਪ ਨਾਲ ਜੁੜਦੇ ਗਏ ਤੇ ਉਹਨਾਂ ਨੂੰ ਇੱਕ ਨਿਰੰਤਰ ਸਾਜ਼ ਦੇ ਵੱਜਣ ਦੀ ਇੱਕ ਆਵਾਜ਼ ਸੁਣਨ ਵਿੱਚ ਆਈ। ਬਾਣੀ ਵਿੱਚ ਇਹਦੇ ਉਦਾਹਰਨ ਦਿੱਤੇ ਗਏ। ਇਹਦੀ ਵਿਆਖਿਆ ਗੁਰਬਾਣੀ ਵਿੱਚੋਂ ਮਿਲ ਸਕਦੀ ਹੈ। ਜਿਹਨੂੰ ਭਗਤ ਜੀ ਕਹਿੰਦੇ ਇੱਕ ਐਸਾ ਢੋਲ ਮੇਰੇ ਮਨ ਵਿੱਚ ਵੱਜ ਰਿਹਾ ਹੈ, ਮੇਰੇ ਅੰਦਰ ਵੱਜ ਰਿਹਾ, ਜਿਹੜਾ ਮੜਿਆ ਹੋਇਆ ਨਹੀਂ ਹੈ। ਆਉਂਦਾ ਨਾ ਸ਼ਬਦ ਬਾਣੀ ਵਿੱਚ, ਅਨਮੜਿਆ ਮੰਦਲ ਬਾਜੈ। ਇੱਕ ਐਸਾ ਢੋਲ ਜਿਹੜਾ ਮੜਿਆ ਹੋਇਆ ਨਹੀਂ। ਇਹ ਸਾਫ਼ ਇਸ਼ਾਰਾ ਕੀਤਾ ਗਿਆ ਕਿ ਮੇਰੇ ਅੰਦਰ ਉਹ ਢੋਲ ਵੱਜ ਰਿਹਾ ਜਿਹੜਾ ਮੜਿਆ ਹੋਇਆ ਨਹੀਂ। ਉਹ ਇਸ ਸੰਗੀਤ ਦੀ ਇੱਕ ਓਂਕਾਰ ਦੀ ਧੁਨ ਦੀ ਗੱਲ ਕੀਤੀ ਗਈ ਹੈ। ਕਹਿਣ ਲੱਗੇ ਅਨਮੜਿਆ ਮੰਦਲ ਬਾਜੈ ਬਿਨ ਸਾਵਣ ਗਨ ਹਰ ਗਾਜੈ। ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੈ ਕੋਈ। ਮੋਕੋ ਮਿਲਿਓ ਰਾਮ ਸਨੇਹੀ ਜਿਸ ਮਿਲਿਆ ਦੇਹ ਸੋ ਦੇਹੀ। ਜਿਹਨੂੰ ਮਿਲਣ ਨਾਲ ਕੀ ਹੋਇਆ? ਇਸ ਦੇਹ ਤੋਂ ਇੱਕ ਅਗਲੀ ਦੇਹ ਮਿਲ ਗਈ, ਉਹਨੂੰ ਕਹਿੰਦੇ ਸੋ ਦੇਹੀ। ਇਹਨੂੰ ਕਿਹਾ ਕੱਲੀ ਦੇਹੀ। ਉਹਦੇ ਅੱਗੇ ਸੱਸਾ ਲੱਗ ਗਿਆ। ਸੱਸੇ ਦਾ ਮਤਲਬ ਸੁੰਦਰ ਦੇਹ। ਇਹ ਦੇਹ ਜਿਹੜੀ ਇਹ ਤਾਂ ਬਿਮਾਰੀਆਂ ਦੀ ਭਰੀ ਹੋਈ ਹੈ, ਵਿਕਾਰਾਂ ਦੀ ਭਰੀ ਹੋਈ ਹੈ, ਦਰਦਾਂ ਦੀ ਭਰੀ ਹੋਈ ਹੈ, ਨੀਂਦ ਭੁੱਖ ਦੀ ਭਰੀ ਹੋਈ ਹੈ। ਪਰ ਜਦੋਂ ਉਹ ਮਿਲੇ, ਕਹਿਣ ਲੱਗੇ ਉਹ ਆਵਾਜ਼ ਸੁਣਨ ਨੂੰ ਮਿਲੀ, ਉਹਦੇ ਨਾਲ ਕੀ ਨਿਸ਼ਾਨੀ ਕੀ ਹੈ?
ਦੇਵ ਸਥਾਨੇ ਕਿਆ ਨਿਸ਼ਾਨੀ, ਦੇਵ ਸਥਾਨੇ ਦਾ ਮਤਲਬ ਪਰਮਾਤਮਾ ਦੇ ਘਰ ਦੀ ਨਿਸ਼ਾਨੀ ਕੀ ਹੈ? ਕੋਈ ਨਾ ਕੋਈ ਨਿਸ਼ਾਨੀ ਤਾਂ ਹੋਵੇਗੀ ਨਾ। ਵੀ ਆਪਾਂ ਲੰਘਦੇ ਕਿਸੇ ਸੜਕ ਦੇ ਉੱਤੋਂ ਤੇ ਉੱਥੋਂ ਗਾਣੇ ਵਜਾਉਣ ਦੀ ਆਵਾਜ਼ ਆਉਂਦੀ ਹੈ, ਢੋਲ ਢਮੱਕੇ ਦੀ ਆਵਾਜ਼ ਆਉਂਦੀ, ਤੇ ਮਨੁੱਖ ਸਹਿਜੇ ਹੀ ਇਹ ਅੰਦਾਜ਼ਾ ਲਾ ਲੈਂਦਾ ਵੀ ਇੱਥੇ ਕੋਈ ਵਿਆਹ ਸ਼ਾਦੀ ਹੈ, ਇੱਥੋਂ ਤਾਂ ਆਵਾਜ਼ ਆ ਰਹੀ ਹੈ। ਉਹਦੇ ਘਰ ਦੀ ਨਿਸ਼ਾਨੀ ਕੀ ਹੈ? ਸੋ ਦਰ ਤੇਰਾ ਕਿਹਾ, ਤੇਰਾ ਦਰਵਾਜ਼ਾ ਇੱਥੇ ਹੈ, ਇਹਦੀ ਕੀ ਨਿਸ਼ਾਨੀ? ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ, ਉਹਦੀ ਨਿਸ਼ਾਨੀ ਕੀ? ਕਹਿਣ ਲੱਗੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ। ਭਗਤ ਜੀ ਕਹਿੰਦੇ ਦੇਵ ਸਥਾਨੇ ਕਿਆ ਨਿਸ਼ਾਨੀ, ਜਿੱਥੇ ਬ੍ਰਹਮ ਗਿਆਨ ਦਾ ਨਿਵਾਸ ਹੈ ਉਹਦੀ ਨਿਸ਼ਾਨੀ ਕੀ ਹੈ? ਹੁਣ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਵਿੱਚ ਇੱਕ ਮੈਂ ਸਮਝਦਾ ਵੀ ਕਮਜ਼ੋਰੀ ਆ ਗਈ। ਅਸੀਂ ਕਹਿੰਦੇ ਹਾਂ ਪਰਮਾਰਥ ਦੀ ਗੁਪਤ ਵਿਆਖਿਆ ਕਰਨੀ ਨਹੀਂ ਚਾਹੀਦੀ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਉਂਦੇ ਨੇ, ਕਿਸੇ ਨੇ ਇਹਨੂੰ ਨਹੀਂ ਵੀ ਮਾਣਿਆ ਤੇ ਸਤਿਗੁਰਾਂ ਦੀ ਬਾਣੀ ਦੇ ਅੱਖਰੀ ਅਰਥ ਤੇ ਅਸੀਂ ਕਰ ਸਕਦੇ ਨਾ, ਜਿਹੜੇ ਅੱਖਰ ਲਿਖੇ ਹੋਏ ਨੇ। ਪ੍ਰੈਕਟੀਕਲ ਤੇ ਅਗਲੀ ਚੀਜ਼ ਹੈ, ਜਾਣ ਲੈਣਾ ਤੇ ਅਗਲੀ ਚੀਜ਼ ਹੈ, ਪਰ ਅਸੀਂ ਇੱਕੋ ਖਿਆਲ ਨੂੰ ਪੱਕਾ ਕਰ ਦਿੱਤਾ, ਕੁਝ ਨਹੀਂ ਬੋਲਣਾ ਬਸ ਪਰਮਾਰਥ ਬਾਰੇ, ਕੁਝ ਨਹੀਂ ਕਹਿਣਾ, ਬਸ ਇਕੱਲਾ ਪੜ੍ਹਨਾ ਹੈ। ਇਸੇ ਕਰਕੇ ਸਾਡੇ ਵਿੱਚ ਉਣਤਾਈਆਂ ਆਈਆਂ ਨੇ, ਇਸੇ ਕਰਕੇ ਸਿੱਖ ਕੌਮ ਦੇ ਵਿੱਚੋਂ ਪਰਮਾਰਥ ਗਾਇਬ ਹੋ ਗਿਆ ਹੈ। ਸੱਚ ਜਾਣੋ, ਸਿੱਖ ਜਗਤ 95% ਅਧਿਆਤਮਵਾਦੀ ਨਹੀਂ ਹੈ, ਉਹ ਸਿਰਫ ਮਜ਼ਹਬੀ ਹੈ, ਮਜ਼ਹਬਾਂ ਵਿੱਚ ਫਸਿਆ ਹੋਇਆ। 95% ਉਹ ਧਰਮ ਦੀ ਸਿਰਫ ਬਾਹਰੋਂ ਵਿਆਖਿਆ ਕਰ ਰਿਹਾ ਤੇ ਸੁਣ ਰਿਹਾ ਤੇ ਆਪਣੇ ਆਪ ਨੂੰ ਸੰਤੁਸ਼ਟ ਮੰਨਦਾ, ਉੱਥੋਂ ਤਸੱਲੀ ਨਹੀਂ ਹੁੰਦੀ। ਉਹਦਾ ਕਾਰਨ ਇਹ ਬਣਿਆ ਕਿ ਪਹਿਲਾਂ ਤੇ ਜਾਣੇ ਕਿਸੇ ਨੇ ਨਹੀਂ, ਫਿਰ ਇਹ ਵਿਚਾਰ ਨੂੰ ਫੈਲਾ ਦਿੱਤਾ ਗਿਆ ਵੀ ਤੁਸੀਂ ਇਹ ਵਿਆਖਿਆ ਨਹੀਂ ਕਰਨੀ ਜਿੱਥੇ ਕਰਕੇ ਕਿਸੇ ਨਾਮ ਜਪਣ ਦੀ ਜਿਹੜੀ ਕੋਈ ਨਾ ਕੋਈ ਨਿਸ਼ਾਨੀ ਜਾਂ ਅਵਸਥਾ ਹੁੰਦੀ ਉਹਦੇ ਬਾਰੇ ਨਹੀਂ ਬੋਲਣਾ। ਤਾਂ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਇਹ ਸਤਿਗੁਰਾਂ ਦੇ ਸਿਧਾਂਤ ਦੇ ਨਾਲ ਅਸੀਂ ਖਿਲਵਾੜ ਕਰ ਰਹੇ ਹਾਂ। ਦੇਵ ਸਥਾਨੇ ਕਿਆ ਨਿਸ਼ਾਨੀ, ਬ੍ਰਹਮ ਗਿਆਨ ਦੀ ਨਿਸ਼ਾਨੀ ਕੀ ਹੈ? ਤੈ ਬਾਜੈ ਅਨਹਦ ਬਾਨੀ, ਉਹੀ ਓਅੰਕਾਰ ਸ਼ਬਦ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਇੱਕ ਓਅੰਕਾਰ। ਇੱਥੇ ਮੈਂ ਇੱਕ ਹੋਰ ਬੇਨਤੀ ਕਰਾਂ, ਕਈ ਵਾਰੀ ਮਨੁੱਖ ਕਿਸੇ ਇੱਕ ਆਦਮੀ ਦੇ ਨਾਲ ਨਫ਼ਰਤ ਕਰਦਾ ਹੈ। ਜਦੋਂ ਉਹਦੇ ਨਾਲ ਨਫ਼ਰਤ ਜ਼ਿਆਦਾ ਚਿਰ ਕਰੇ ਤੇ ਉਸ ਆਦਮੀ ਦੇ ਘਰ ਨਾਲ ਵੀ ਨਫ਼ਰਤ ਹੋ ਜਾਂਦੀ ਹੈ। ਇਹ ਮਨ ਦਾ ਇੱਕ ਵਿਗਿਆਨ ਹੈ। ਉਹਦੇ ਘਰ ਨਾਲ ਵੀ ਓਨੀ ਨਫ਼ਰਤ ਕਰਨ ਲੱਗ ਪੈਂਦਾ, ਫਿਰ ਸਹਿਜੇ ਉਹਦੇ ਕੱਪੜਿਆਂ ਨਾਲ ਵੀ ਨਫ਼ਰਤ ਕਰਦਾ ਹੈ। ਸਹਿਜੇ ਉਹ ਜਿੱਥੇ ਵੀ ਜਾਏਗਾ ਜਾਂ ਉਹਦੀ ਹਰ ਇੱਕ ਅਵਸਥਾ ਦੇ ਨਾਲ ਉਹ ਨਫ਼ਰਤ ਕਰੇਗਾ। ਕਈ ਵਾਰੀ ਸਾਨੂੰ ਇਹ ਖਤਰਾ ਪੈ ਗਿਆ ਵੀ ਅਸੀਂ ਕਿਤੇ ਬ੍ਰਾਹਮਣ ਨਾ ਬਣ ਜਾਈਏ, ਨਫ਼ਰਤ ਹੋ ਗਈ। ਤਾਂ ਫਿਰ ਜਿਹੜੇ ਇਹ ਬ੍ਰਾਹਮਣ ਨੇ ਸ਼ਬਦ ਵਰਤੇ ਸਨ, ਪੰਡਤ ਨੇ ਸ਼ਬਦ ਵਰਤੇ ਸਨ ਵੇਦਾਂ ਨਾਲ, ਸਾਨੂੰ ਉਹਦੇ ਨਾਲ ਵੀ ਨਫ਼ਰਤ ਹੋ ਗਈ ਵੀ ਇਹ ਸ਼ਬਦ ਵੀ ਅਸੀਂ ਜਿੱਥੇ ਆਏ ਨੇ ਗੁਰਬਾਣੀ ਵਿੱਚ ਉੱਥੇ ਸ਼ੱਕ ਪੈਦਾ ਹੋ ਗਿਆ ਵੀ ਗੁਰੂ ਕੀ ਬਾਣੀ ਨਹੀਂ ਹੈ, ਕਿਉਂਕਿ ਆਹ ਸ਼ਬਦ ਜਿਹੜਾ ਹੈ ਤੇ ਇਹ ਉਹਨਾਂ ਬ੍ਰਾਹਮਣਾਂ ਦੇ ਗ੍ਰੰਥਾਂ ਵਿੱਚ ਲਿਖਿਆ ਹੋਇਆ, ਓਂਕਾਰ ਸ਼ਬਦ ਉੱਥੇ ਲਿਖਿਆ ਹੋਇਆ। ਤਾਂ ਹੁਣ ਸਾਨੂੰ ਰਾਹ ਤੇ ਲੱਭਦਾ ਕੋਈ ਨਹੀਂ ਵੀ ਓਂਕਾਰ ਕਿੱਥੋਂ ਕੱਢੀਏ ਬਾਹਰ ਬਾਣੀ ਵਿੱਚੋਂ। ਤਾਂ ਫਿਰ ਇਹੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਜਾਪ ਸਾਹਿਬ ਗੁਰੂ ਦੀ ਬਾਣੀ ਨਹੀਂ। ਜਦ ਕਿ ਇਹ ਵੀ ਪਤਾ ਹੈ ਵੀ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੰਨੋ, ਤੇ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਦੇ ਵਿੱਚ ਇਹ ਸ਼ਬਦ ਆ ਰਿਹਾ ਹੈ, ਇੱਕ ਓਂਕਾਰ। ਇੱਥੇ ਵਿਵਾਦ ਪੈਦਾ ਹੋ ਗਿਆ। ਜਿਹੜੇ ਸ਼ਬਦ ਨੇ ਇੱਕ ਖਿਆਲ ਕਰਨਾ, ਕੁਝ ਚੀਜ਼ਾਂ ਸਾਰੀਆਂ ਕੌਮਾਂ ਦੀਆਂ ਇਕੱਠੀਆਂ ਨੇ। ਇਹ ਨਹੀਂ ਵੀ ਇੱਕ ਕੌਮ ਨੇ, ਸਿੱਖ ਧਰਮ ਨੇ ਇੱਕ ਸ਼ਬਦ ਵਰਤ ਲਿਆ, ਨਾਮ ਸ਼ਬਦ ਕਹਿ ਦਿੱਤਾ, ਤੇ ਬਾਕੀ ਦੀਆਂ ਕੌਮਾਂ ਉਸ ਚੀਜ਼ ਨੂੰ ਵਰਤ ਨਹੀਂ ਸਕਦੀਆਂ। ਜਿਵੇਂ ਸੂਰਜ ਹੈ, ਬ੍ਰਹਮ ਗਿਆਨ ਤੇ ਇਸ ਤਰ੍ਹਾਂ ਦਾ ਨਾ, ਤੁਸੀਂ ਸੁਖਮਣੀ ਸਾਹਿਬ ਪੜ੍ਹੋ, ਉਹਦੇ ਵਿੱਚ ਹਜ਼ੂਰ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਸੂਰ ਜੈਸੇ ਜਲ ਮੈਂ ਕਮਲ ਅਲੇਪ। ਹੁਣ ਕਮਲ ਦਾ ਫੁੱਲ ਜਿਹੜਾ ਤੁਸੀਂ ਉਹਨੂੰ
ਲੈ ਕੇ ਜਾਓ। ਅਸੀਂ ਕਹਾਂਗੇ ਵੀ ਗੁਰੂ ਅਰਜਨ ਦੇਵ ਜੀ ਨੇ ਕਮਲ ਦੇ ਫੁੱਲ ਦਾ ਨਾਮ ਲਿਆ ਗੁਰੂ ਗ੍ਰੰਥ ਸਾਹਿਬ ਵਿੱਚ। ਤੇ ਜੇ ਅਸੀਂ ਸਕਰੀਨ ਬੁੱਧੀ ਵਾਲੇ ਹੋਏ, ਛੋਟੀ ਮੱਤ ਵਾਲੇ ਹੋਏ, ਤੇ ਕਹਾਂਗੇ ਵੀ ਕਮਲ ਦਾ ਫੁੱਲ ਤੇ ਸਿਰਫ ਸਿੱਖਾਂ ਦਾ ਹੈ, ਹੋਰ ਕਿਸੇ ਕੌਮ ਦਾ ਨਹੀਂ। ਜੇ ਮੱਤ ਛੋਟੀ ਹੋਈ, ਪਰ ਉਹ ਕਮਲ ਦਾ ਫੁੱਲ ਤੇ ਉਦਾਹਰਨ ਲਈ ਗਈ ਸਿਰਫ। ਇਸ ਤਰ੍ਹਾਂ ਜੇ ਕੋਈ ਓੰਕਾਰ ਹੈ ਜਾਂ ਕਿਸੇ ਦੇਵਤੇ ਦਾ ਨਾਮ ਲਿਆ ਗਿਆ, ਕਿਸੇ ਦੇਵੀ ਦਾ, ਇਹਦੇ ਨਾਲ ਸਿੱਖ ਉਹਨਾਂ ਦਾ ਪੂਜਕ ਨਹੀਂ ਬਣਦਾ, ਉਹ ਸਿਰਫ ਉਦਾਹਰਨਾਂ ਲਈਆਂ ਗਈਆਂ। ਤਾਂ ਸੂਰਜ ਵੀ ਸਾਂਝਾ ਹੈ, ਹਵਾ ਵੀ ਸਾਂਝੀ ਹੈ। ਇਸ ਤਰ੍ਹਾਂ ਇਹ ਜਿਹੜਾ ਸ਼ਬਦ ਵਰਤਿਆ ਗਿਆ ਓੰਕਾਰ, ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿੱਤ, ਇਹ ਓੰਕਾਰ ਇੱਕ ਓੰਕਾਰ ਹੈ। ਸਿੱਖੀ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਅੱਗੇ ਤਾਂ ਲਾ ਦਿੱਤਾ ਕਿ ਕਿਤੇ ਕੋਈ ਇਹਦੀ ਵਿਆਖਿਆ ਕਿਸੇ ਦੇਵਤੇ ਦੇਵੀ ਨਾਲ ਨਾ ਜੋੜੇ। ਉਸ ਇੱਕ ਅਕਾਲ ਪੁਰਖ ਦੀ ਇੱਕ ਆਵਾਜ਼ ਹੈ, ਇੱਕ ਧੁਨੀ ਹੈ ਉਹਦੇ ਦਰ ਤੇ, ਜਿਹੜੀ ਨਿਰੰਤਰ ਸਦੀਵ ਵੱਜ ਰਹੀ ਹੈ ਔਰ ਹਰ ਇੱਕ ਸਰੀਰ ਦੇ ਅੰਦਰ ਵੀ ਵੱਜ ਰਹੀ ਤੇ ਇਸ ਬ੍ਰਹਿਮੰਡ ਵਿੱਚ ਵੀ ਵੱਜ ਰਹੀ ਹੈ। ਤੇ ਜਦੋਂ ਕੋਈ ਆਪਣੇ ਗੁਰੂ ਦੇ ਬਖਸ਼ੇ ਹੋਏ ਨਾਮ ਦੁਆਰਾ, ਸਤਿਗੁਰਾਂ ਦੁਆਰਾ ਬਖਸ਼ੀ ਹੋਈ ਗੁਰਸਿੱਖੀ ਦੀ ਮੱਤ ਦੁਆਰਾ ਕੋਈ ਗੁਰਸਿੱਖ ਆਪਣੇ ਜੀਵਨ ਵਿੱਚ ਸ਼ਬਦ ਦੀ ਘਾਲਣਾ ਕਰਦਾ ਹੈ, ਨਾਮ ਦੀ ਕਮਾਈ ਕਰਦਾ ਹੈ, ਬਾਣੀ ਨਾਲ ਜੁੜ ਜਾਂਦਾ ਹੈ, ਆਪਣੇ ਜੀਵਨ ਨੂੰ ਗੁਰੂ ਕੇ ਦੱਸੇ ਨਿਯਮ ਅਨੁਸਾਰ ਢਾਲ ਲੈਂਦਾ ਹੈ, ਤੇ ਜਪਦਿਆਂ ਜਪਦਿਆਂ ਇੱਕ ਦਿਨ ਉਹਦਾ ਜਿਹੜਾ ਸ਼ਬਦ ਹੈ, ਜਿਹੜਾ ਉਹ ਪੰਜਾਂ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਿੱਤਾ ਹੈ, ਉਹ ਜਪਣ ਵਾਲਾ ਸ਼ਬਦ ਸਹਿਜੇ ਸਹਿਜੇ ਸਾਈਲੈਂਟ ਹੁੰਦਾ ਜਾਂਦਾ, ਚੁੱਪ ਕਰਦਾ ਜਾਂਦਾ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਜਪ ਤੋਂ ਬਾਅਦ ਜਾਪ ਬਾਣੀ ਹੈ, ਅਜਪਾ ਜਾਪ। ਜਿਹਨੂੰ ਫਿਰ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਕਿ ਜਿਹੜਾ ਮਨੁੱਖ ਆਤਮ ਉਪਦੇਸ਼ ਭੇਸ ਸੰਜਮ ਕੋ, ਜਿਹੜਾ ਗੁਰੂ ਦੇ ਉਪਦੇਸ਼ ਨੂੰ ਆਤਮਾ ਤੱਕ ਲੈ ਜਾਂਦਾ ਹੈ, ਤੇ ਭੇਸ ਦਾ ਅਰਥ ਹੈ ਸਰੀਰ, ਆਪਣੇ ਸਰੀਰ ਨੂੰ ਸੰਜਮ ਵਿੱਚ ਲੈ ਆਉਂਦਾ, ਨਿਯਮ ਵਿੱਚ ਲੈ ਆਉਂਦਾ। ਆਤਮ ਉਪਦੇਸ਼ ਭੇਸ ਸੰਜਮ ਕੋ, ਫਿਰ ਉਹਦੇ ਜੀਵਨ ਵਿੱਚ ਕੀ ਹੁੰਦਾ ਹੈ? ਜਿਹੜਾ ਉਹ ਜਪ ਜਪਦਾ ਹੁੰਦਾ ਹੈ, ਨਾਮ ਜਪਦਾ, ਉਹ ਅਜਪਾ ਜਪ ਬਣ ਜਾਂਦਾ ਹੈ। ਜਾਪ ਸੋ ਅਜਪਾ ਜਾਪੈ। ਅਜਪਾ ਦਾ ਮਤਲਬ ਜਿਹੜਾ ਸ਼ਬਦ ਜਪਿਆ ਜਾ ਰਿਹਾ ਸੀ, ਸਹਿਜੇ ਸਹਿਜੇ ਉਹ ਸ਼ਬਦ ਘੁਲ ਗਿਆ ਉਸ ਸਿੱਖ ਦੀ ਸੁਰਤ ਦੇ ਅੰਦਰ। ਜਿਵੇਂ ਪਾਣੀ ਦੇ ਵਿੱਚ ਤੁਸੀਂ ਖੰਡ ਪਾਉਂਦੇ ਹੋ ਤੇ ਪਹਿਲਾਂ ਖੰਡ ਦਿਸਦੀ ਦਾਣੇ ਨੇ, ਜਾਂ ਮਿਸ਼ਰੀ ਦਾ ਡਲਾ ਹੈ, ਉਹਨੂੰ ਤੁਸੀਂ ਪਾਣੀ ਦੇ ਗਿਲਾਸ ਵਿੱਚ ਪਾਓ, ਪਾਉਣ ਲੱਗਿਆਂ ਦਿਸਦਾ ਹੈ, ਪਰ ਪਾਉਣ ਤੋਂ ਬਾਅਦ ਜਦੋਂ ਤੁਸੀਂ ਹਿਲਾਓਗੇ, ਥੋੜ੍ਹੇ ਚਿਰ ਬਾਅਦ ਉਹਨੂੰ ਹਿਲਾਉਣ ਤੋਂ ਬਾਅਦ ਕੀ ਹੋਵੇਗਾ? ਉਹਦਾ ਸਰੂਪ ਘੁਲ ਜਾਏਗਾ ਪਾਣੀ ਦੇ ਵਿੱਚ। ਹੁਣ ਪਾਣੀ ਦੇ ਵਿੱਚੋਂ ਉਹਦਾ ਸਵਾਦ ਆਉਂਦਾ ਹੈ, ਪਾਣੀ ਵਿੱਚ ਉਹਦੀ ਪਹਿਲੀ ਤਸਵੀਰ ਨਹੀਂ। ਇਸੇ ਤਰ੍ਹਾਂ ਗੁਰੂ ਕਾ ਸ਼ਬਦ ਜਦੋਂ ਸਿੱਖ ਗੁਰਸਿੱਖ ਆਪਣੇ ਸੁਰਤ ਰੂਪੀ ਪਾਣੀ ਦੇ ਵਿੱਚ ਉਸ ਸ਼ਬਦ ਦੀ ਮਿਸ਼ਰੀ ਨੂੰ ਪਾ ਕੇ ਜਪਦਾ ਹੈ, ਘੋਲਦਾ ਵਿੱਚ, ਜਦੋਂ ਘੁਲ ਜਾਂਦਾ ਸ਼ਬਦ ਸੁਰਤ ਦੇ ਅੰਦਰ, ਫਿਰ ਸ਼ਬਦ ਦਾ ਇਹ ਰੂਪ ਨਹੀਂ ਰਹਿੰਦਾ। ਖਿਆਲ ਰੱਖਣਾ, ਜਿਹੜਾ ਅਸੀਂ ਜਪ ਰਹੇ ਹਾਂ, ਇਹ ਸ਼ਬਦ ਤੋੜ ਨਹੀਂ ਜਾਂਦਾ, ਪਰ ਇਹ ਇਉਂ ਵੀ ਨਹੀਂ ਕਿਹਾ ਜਾ ਸਕਦਾ ਵੀ ਧੁਰ ਤੱਕ ਨਹੀਂ ਜਾਂਦਾ, ਕਿਉਂਕਿ ਧੁਰ ਤੱਕ ਇਹ ਜਾਂਦਾ ਹੈ, ਪਰ ਇਹਦਾ ਸਰੀਰ ਬਦਲ ਜਾਂਦਾ, ਇਹਦਾ ਸਰੂਪ ਘੁਲ ਜਾਂਦਾ ਹੈ। ਉਹਨੂੰ ਕਹਿੰਦੇ ਵੀ ਸਿੱਖ ਦੇ ਮਨ ਦੇ ਵਿੱਚ ਹੁਣ ਲਗਾਤਾਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਬਣੀ ਰਹਿੰਦੀ। ਜਿਉਂ ਹੀ ਥੋੜ੍ਹਾ ਜਿਹਾ ਸ਼ਾਂਤ ਹੁੰਦਾ ਹੈ, ਤਿਉਂ ਹੀ ਉਹ ਸ਼ਬਦ ਫਿਰ ਉਛਾਲੇ ਮਾਰਨ ਲੱਗ ਪੈਂਦਾ। ਉਹਨੂੰ ਕਹਿੰਦੇ ਨੇ ਅੰਦਰ ਦਾ ਗੁਪਤ ਨਾਮ ਅੰਦਰ ਚਲਾ ਗਿਆ, ਡੂੰਘੇ ਥਾਂ ਤੇ ਵਸ ਗਿਆ। ਜਦੋਂ ਇਹ ਡੂੰਘੇ ਥਾਂ ਤੇ ਵਸ ਗਿਆ, ਤੇ ਜਿਉਂ-ਜਿਉਂ ਇਹ ਸ਼ਾਂਤ ਹੁੰਦਾ ਗਿਆ, ਜਿਉਂ-ਜਿਉਂ ਇਹ ਚੁੱਪ ਹੁੰਦਾ ਗਿਆ, ਤਿਉਂ-ਤਿਉਂ ਕੀ ਬਣ ਗਿਆ? ਫਿਰ ਆਦਮੀ ਨੂੰ ਉਸ ਦਰ ਤੇ ਵੱਜਦੀ ਹੋਈ ਉਸ, ਜਿਹਨੂੰ ਬਾਣੀ ਵਿੱਚ ਵਾਰ-ਵਾਰ ਕਿਹਾ ਗਿਆ ਧੁਨੀ, ਵਾਰ-ਵਾਰ ਕਿਹਾ ਗਿਆ ਇੱਕ ਆਵਾਜ਼, ਅਨਹਦ ਨਾਦ, ਜਾਂ ਇੱਕ ਓੰਕਾਰ, ਜਾਂ ਸਹਿਜ ਧੁਨ ਸ਼ਬਦ ਕਈ ਥਾਵਾਂ ਤੇ ਵਰਤਿਆ ਗਿਆ। ਆਨੰਦ ਸਾਹਿਬ ਵਿੱਚ ਤੁਸੀਂ ਪੜ੍ਹਦੇ ਹੋ, ਵਾਜੇ ਅਨਹਦ ਤੂਰੇ। ਜਦੋਂ ਸਿੱਖ ਜਪਦਾ ਜਪਦਾ ਉਹ ਸ਼ਬਦ ਉਹਦੀ ਸੁਰਤ ਦੇ ਵਿੱਚ ਘੁਲ ਜਾਂਦਾ ਹੈ, ਤੇ ਫਿਰ ਉਹ ਸ਼ਬਦ ਉਹਨੂੰ ਉਸ ਸਹਿਜ ਧੁਨ ਤੱਕ ਛੱਡ ਆਉਂਦਾ ਹੈ, ਉਹਦੇ ਨਾਲ ਜੋੜ ਦਿੰਦਾ ਹੈ, ਉਹਦੇ ਤੱਕ ਚਲਾ ਜਾਂਦਾ ਹੈ। ਫਿਰ ਉੱਥੇ
ਨਾਮ ਦੀ ਕਮਾਈ ਸਿੱਖ ਕਰਦਾ ਹੈ, ਉਹਨੂੰ ਜਾਣ ਲੈਂਦਾ ਹੈ, ਤੇ ਜਿਉਂ-ਜਿਉਂ ਉਹਨੂੰ ਜਾਣਦਾ ਹੈ ਉਹਨੂੰ ਪਤਾ ਲੱਗਦਾ ਵੀ ਇਹ ਜਿਹੜੀ ਆਵਾਜ਼ ਹੈ ਨਾ ਇੱਕ ਓੰਕਾਰ ਦੀ, ਇਹ ਸਾਰੇ ਸੰਸਾਰ ਨੂੰ ਚਲਾ ਰਹੀ ਹੈ, ਸਾਰੇ ਸਰੀਰਾਂ ਨੂੰ ਇਹਨੇ ਫੜਿਆ ਹੋਇਆ ਹੈ। ਜਿਹਨੂੰ ਵਿਗਿਆਨ ਨੇ ਕਿਹਾ ਇਹ ਗੁਰਤਵਾ ਆਕਰਸ਼ਣ ਹੈ, ਖਿੱਚ ਹੈ, ਜਿਹੜੀ ਸ਼ਕਤੀ ਸੂਰਜ ਨੂੰ ਉੱਥੇ ਰੋਕ ਕੇ ਰੱਖਦੀ ਹੈ, ਜਿਹੜੀ ਸ਼ਕਤੀ ਧਰਤੀ ਨੂੰ ਰੋਕ ਕੇ ਰੱਖਦੀ ਹੈ ਬ੍ਰਹਿਮੰਡ ਵਿੱਚ, ਜਿਹੜੀ ਤਾਰਿਆਂ ਨੂੰ ਚਲਾ ਰਹੀ ਹੈ। ਤਾਂ ਤੁਸੀਂ ਫਿਰ ਸੁਖਮਣੀ ਸਾਹਿਬ ਵਿੱਚ ਪੜ੍ਹੋਗੇ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਉਹ ਕਿਹੜਾ ਨਾਮ ਹੈ? ਉਹ ਇਸ ਨਾਮ ਨੇ ਉਹਨੂੰ ਫੜਿਆ ਹੋਇਆ। ਬਸ ਵਿਗਿਆਨ ਵਿੱਚ ਤੇ ਧਰਮ ਵਿੱਚ ਇੰਨਾ ਕੋਈ ਅੰਤਰ ਰਹਿ ਗਿਆ। ਉਹ ਇਹਨੂੰ ਗ੍ਰੈਵਿਟੀ ਕਹਿੰਦੇ ਨੇ, ਗੁਰਤਵਾਕਰਸ਼ਣ ਕਹਿੰਦੇ। ਉਹ ਕਹਿੰਦੇ ਇੱਕ ਖਿੱਚ ਬਣੀ ਹੋਈ ਹੈ ਸਾਰੇ ਬ੍ਰਹਿਮੰਡ ਦੇ ਅੰਦਰ, ਜਿਹੜੀ ਸਾਰੇ ਸੂਰਜ ਚੰਦਰਮਾਵਾਂ ਨੂੰ, ਤਾਰਿਆਂ ਨੂੰ, ਸਿਆਰਿਆਂ ਨੂੰ, ਧਰਤੀ ਨੂੰ, ਸਰੀਰਾਂ ਨੂੰ ਚਲਾ ਰਹੀ ਹੈ ਫੜ ਕੇ, ਇੱਕ ਦੂਜੇ ਨਾਲ ਖਹਿਣ ਨਹੀਂ ਦਿੰਦੀ। ਗੁਰੂ ਸਾਹਿਬ ਨੇ ਉਸੇ ਨੂੰ ਕਿਹਾ ਨਾਮ ਦੀ ਆਵਾਜ਼, ਸਹਿਜ ਧੁਨੀ ਕਿਹਾ। ਬਸ ਇੰਨਾ ਕੁ ਫਰਕ ਹੈ, ਉਹ ਉਹਨੂੰ ਇੱਕ ਚੀਜ਼ ਸਮਝ ਰਹੇ ਨੇ, ਅਕਾਲ ਪੁਰਖ ਦੀ ਬਖਸ਼ਿਸ਼ ਸਮਝ ਰਹੇ ਨੇ। ਤਾਂ ਉਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿ ਰਹੇ ਨੇ ਓੰਕਾਰ ਆਦਿ। ਜਦੋਂ ਸੰਸਾਰ ਬਣਿਆ, ਆਦ ਜਿਹੜਾ ਹੋਇਆ, ਸ਼ੁਰੂਆਤ ਹੋਈ ਸੰਸਾਰ ਦੀ, ਆਰੰਭਤਾ ਹੋਈ, ਭਾਵੇਂ 5 ਤੱਤ ਬਣੇ, 25 ਪ੍ਰਕਿਰਤੀਆਂ ਬਣੀਆਂ, ਪਾਣੀ ਬਣਿਆ, ਹਵਾ ਬਣੀ, ਤਾਰੇ ਸਿਆਰੇ, ਕਿੰਨੇ ਬ੍ਰਹਿਮੰਡ ਬਣੇ, ਕਿੰਨੀਆਂ ਧਰਤੀਆਂ, ਕਿੰਨੀਆਂ ਦਵਾਈਆਂ, ਇਹ ਕਿੰਨੇ ਪਦਾਰਥ। ਇਹਨਾਂ ਦੇ ਮੁੱਢ ਵਿੱਚ ਕੀ ਹੈ? ਇਹਨਾਂ ਦੇ ਮੁੱਢ ਵਿੱਚ ਓੰਕਾਰ ਆਦਿ, ਸ਼ੁਰੂ ਵਿੱਚ ਓੰਕਾਰ ਸ਼ਬਦ ਹੈ। ਉਸੇ ਨੂੰ ਗੁਰੂ ਸਾਹਿਬ ਨੇ ਕਿਹਾ ਸ਼ਬਦ ਗੁਰੂ, ਇਸੇ ਨੂੰ ਕਿਹਾ ਸਤਿਗੁਰੂ। ਧਿਆਨ ਦੇਣਾ, ਸਤਿਗੁਰੂ ਦਾ ਮਤਲਬ ਹੈ ਇੱਕ ਓੰਕਾਰ ਦੀ ਆਵਾਜ਼, ਇਹਨੂੰ ਸਤਿਗੁਰੂ ਕਿਹਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਾਪ ਸਾਹਿਬ ਵਿੱਚ ਕਿਰਪਾ ਕਰ ਰਹੇ ਨੇ, ਕਹਿੰਦੇ ਓੰਕਾਰ ਆਦਿ, ਸਭ ਤੋਂ ਆਰੰਭ ਵਿੱਚ ਓੰਕਾਰ ਸੀ, ਹੁਣ ਵੀ ਹੈ, ਤੇ ਜਦੋਂ ਕੁਝ ਨਹੀਂ ਰਹੇਗਾ ਉਦੋਂ ਵੀ ਇਹ ਰਹੇਗਾ। ਇਹਨੂੰ ਫਿਰ ਸਮਝਣਾ, ਓੰਗ ਵੱਖਰਾ ਹੈ, ਔਰ ਇਹਦਾ ਉਚਾਰਨ ਵੀ ਅਸੀਂ ਬਹੁਤਾ ਕਰਨੇ ਆ, ਔਰ ਕਈ ਵਾਰੀ ਗਲਤ ਕਰਨੇ ਆ। ਧਿਆਨ ਦੇਣਾ, ਕਈ ਵਾਰੀ ਇਹਨੂੰ ਇੱਕ ਓੰਕਾਰ ਕਹਿੰਦੇ ਆ, ਨਹੀਂ, ਇਹਦਾ ਸ਼ਬਦ ਹੈ ਇੱਕ ਓੰਕਾਰ। ਪਹਿਲਾਂ ਓੰਗ ਹੈ, ਫਿਰ ਕਾਰ ਹੈ। ਤੇ ਕਾਰ ਦੇ ਅਰਥ ਨੇ ਗੁਰੂ ਕੇ ਸਵਾਰਿਓ, ਜਿਵੇਂ ਕੋਈ ਚੀਜ਼ ਲਗਾਤਾਰ ਰਵੇ, ਕੰਟੀਨਿਊਸ, ਜਿਹੜੀ ਟੁੱਟਦੀ ਨਹੀਂ ਕਦੇ, ਜਿਹੜੀ ਬੰਦ ਨਹੀਂ ਹੁੰਦੀ। ਕਾਰ ਦੇ ਅਰਥ ਇਹ ਨੇ। ਕਾਰ ਦੇ ਅਰਥ ਤੁਸੀਂ ਪੜ੍ਹੋਗੇ, ਇੱਕ ਸ਼ਬਦ ਬੜਾ ਸੋਹਣਾ ਵਰਤਿਆ ਗਿਆ ਸਿੱਖੀ ਵਿੱਚ, ਤੁਸੀਂ ਕਾਰ ਸੇਵਾ ਲਫ਼ਜ਼ ਪੜ੍ਹੋਗੇ, ਗੱਡੀਆਂ 'ਤੇ ਲਿਖਿਆ ਹੁੰਦਾ, ਤੇ ਕਾਰ ਸੇਵਾ ਵਾਲੀ ਮਹਾਂਪੁਰਸ਼ ਨੇ। ਉਸ ਕਾਰ ਦੇ ਅਰਥ ਕੀ ਨੇ? ਸੇਵਾ ਤਾਂ ਹੋਈ ਸੇਵਾ, ਪਰ ਕਾਰ ਕੀ ਹੈ? ਕਾਰ ਕਿਸ ਨੂੰ ਕਹਿੰਦੇ ਨੇ? ਕਾਰ ਦਾ ਅਰਥ ਕੰਮ ਵੀ ਹੈ। ਜੇ ਕਾਰ ਦਾ ਅਰਥ ਤੁਸੀਂ ਅੰਗਰੇਜ਼ੀ ਵਿੱਚ ਕਰੋ, ਕਾਰ ਹੈ, ਕਾਰ ਕੱਢਣੀ, ਮਿੱਟੀ ਕੱਢਣੀ ਸਰੋਵਰ ਦੇ ਵਿੱਚੋਂ। ਪਰ ਕਾਰ ਜਿਹੜਾ ਲਫ਼ਜ਼ ਹੈ, ਓੰਕਾਰ ਦੇ ਨਾਲੋਂ ਕਾਰ ਲਫ਼ਜ਼ ਲਿਆ ਗਿਆ। ਕਾਰ ਦੇ ਅਰਥ ਨੇ ਉਹ ਕੰਮ ਜਿਹੜਾ 24 ਘੰਟੇ ਨਹੀਂ ਰੁਕਦਾ। ਜਿਵੇਂ ਸਵਾਸ 24 ਘੰਟੇ ਚੱਲੀ ਜਾਂਦਾ ਹੈ, ਭਾਵੇਂ ਉਹਨੂੰ ਕੋਈ ਲੈ ਭਾਵੇਂ ਨਾ ਲਵੇ, ਸੁੱਤਿਆਂ ਵੀ ਚੱਲੀ ਜਾਂਦਾ। ਕਾਰ ਦੇ ਅਰਥ ਨੇ ਨਿਰੰਤਰ, ਸਦਾ ਹੀ। ਤਾਂ ਕਾਰ ਸੇਵਾ ਦੇ ਅਰਥ ਕੀ ਹੋਣਗੇ? ਉਹ ਸੇਵਾ ਜਿਹੜੀ ਨਿਰੰਤਰ ਚੱਲਦੀ ਹੈ, ਜਿਹੜੀ ਕਦੀ ਰੁਕਦੀ ਨਹੀਂ। ਹੁਣ ਸਰੀਰ ਤੇ ਸੇਵਾ ਕਰ ਸਕਦਾ, ਵੱਧ ਤੋਂ ਵੱਧ 8 ਘੰਟੇ ਕਰੇਗਾ, ਫਿਰ ਉਹਨੂੰ ਛੱਡਣਾ ਪਏਗਾ ਹੱਥਾਂ ਦੇ ਕੰਮ ਨੂੰ। ਫਿਰ ਕਾਰ ਸੇਵਾ ਕਿਹੜੀ ਹੈ? ਸੇਵਾ ਕਰ ਕਰਕੇ ਕਾਰ ਸੇਵਾ ਤੱਕ ਜਾਣਾ ਹੈ, ਖਿਆਲ ਰੱਖਣਾ। ਸੇਵਾ ਕਰ ਕਰਕੇ, ਸੇਵਾ ਦਾ ਅਰਥ ਹੈ ਹੱਥਾਂ ਨਾਲ ਭਾਂਡੇ ਮਾਂਜਣੇ, ਟੋਕਰੀ ਢੋਣੀ, ਇੱਟਾਂ ਢੋਣੀਆਂ, ਇਮਾਰਤ ਬਣਾਉਣੀ, ਫਰਸ਼ ਸਾਫ਼ ਕਰਨਾ, ਤੱਪੜ ਝਾੜਨੇ, ਲੰਗਰ ਪਕਾਉਣਾ, ਲੱਕੜਾਂ ਲਿਆਉਣੀਆਂ, ਇਹ ਸੇਵਾ ਹੈ, ਕਾਰ ਸੇਵਾ ਨਹੀਂ। ਖਿਆਲ ਰੱਖਣਾ, ਕਾਰ ਸੇਵਾ ਕਿਦਣ ਹੈ? ਕਾਰ ਸੇਵਾ ਉਸ ਦਿਨ ਬਣੇਗੀ ਜਿੱਦਣ ਸੇਵਾ ਕਰਦਿਆਂ ਕਰਦਿਆਂ ਸੇਵਾਦਾਰ ਨਾਮ ਨਾਲ ਜੁੜ ਗਿਆ। ਤੇ ਫਿਰ ਉਹ ਜਦੋਂ ਸੇਵਾ ਛੱਡੇਗਾ ਵੀ ਨਾ, ਜਦੋਂ ਆਰਾਮ ਵੀ ਕਰੇਗਾ, ਉਹਦੇ ਅੰਦਰ ਨਾਮ ਚੱਲਦਾ ਰਹੇਗਾ, ਉਹਦੇ ਅੰਦਰ ਉਹਦੀ ਯਾਦ ਬਣੀ ਰਹੇਗੀ। ਜਦੋਂ ਭੋਜਨ ਵੀ ਛਕੇਗਾ ਉਦੋਂ ਵੀ ਉਹਦੇ ਅੰਦਰ ਨਾਮ ਚੱਲਦਾ ਰਹੇਗਾ। ਜਦੋਂ ਇਸ਼ਨਾਨ ਕਰੇਗਾ ਉਦੋਂ ਵੀ ਗੁਪਤ ਤੌਰ 'ਤੇ, ਜਦੋਂ ਕਿਸੇ ਨਾਲ ਗੱਲਬਾਤ ਕਰੇਗਾ ਅੰਦਰ ਉਹਦੀ ਕਾਰ ਚੱਲਦੀ ਰਹੇਗੀ, ਉਹ ਰੁਕਦੀ ਨਹੀਂ ਕਦੀ।
ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਹੁਣ ਇੰਨਾ ਚਿਰ ਨਾਮ ਜਪਿਆ ਤੇ ਹੁਣ ਅਸੀਂ ਬੰਦ ਕਰ ਦਿੱਤਾ, ਹੁਣ ਬਾਜ਼ਾਰ ਵਿੱਚ ਗਏ ਹਾਂ। ਉਹ ਸਿੱਖ ਨੂੰ ਪਤਾ ਨਹੀਂ ਲੱਗਦਾ, ਉਹਦਾ ਗੁਰੂ ਤੇ ਅੰਦਰ ਅੰਦਰ ਨਾਮ ਚਲਾਈ ਜਾਂਦਾ, ਉਹ ਬਾਹਰੋਂ ਸੰਸਾਰ ਵਿੱਚ ਰਹਿੰਦਾ ਹੈ। ਉਹਨੂੰ ਕਹਿੰਦੇ ਨੇ ਕਾਰ ਸੇਵਾ। ਇਸ ਲਈ ਇਕੱਲੀ ਸੇਵਾ ਕੰਮ ਹੈ, ਖਿਆਲ ਰੱਖਣਾ। ਉਹ ਤੇ ਮਿਹਨਤ ਹੈ ਵੀ ਤੁਸੀਂ ਇੰਨੇ ਦਿਨ ਸੇਵਾ ਕਰੋ ਤਾਂ ਤੁਹਾਨੂੰ ਇਹ ਮਿਲ ਜਾਏਗਾ, ਇਹ ਜ਼ਰੂਰ ਹੈ ਗੱਲ। ਪਰ ਇਹ ਸੇਵਾ ਜਿੱਦਣ ਕਾਰ ਸੇਵਾ ਬਣ ਗਈ, ਉਹਦਾ ਮਤਲਬ ਹੋ ਗਿਆ ਸਿੱਖ ਲਗਾਤਾਰ ਨਿਰੰਤਰ ਇੱਕ ਰਸ ਦਿਨ ਰਾਤ ਉਸ ਆਵਾਜ਼ ਨਾਲ ਜੁੜ ਗਿਆ ਜਿਹੜੀ ਸਾਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ। ਉਸ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਓਅੰਕਾਰ ਆਦ। ਇੱਕ ਓਅੰਗ ਨਾਮ ਦੀ ਧੁਨੀ ਹੈ ਜਿਹੜੀ ਲਗਾਤਾਰ ਹੀ ਸਾਰੇ ਸੰਸਾਰ ਦੇ ਵਿੱਚ ਚੱਲ ਰਹੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਨੇ ਉਹ ਆਦ ਤੋਂ ਹੈ, ਸ਼ੁਰੂ ਤੋਂ ਲੈ ਕੇ ਹੈ। ਉਹੀ ਸਾਡਾ ਗੁਰੂ ਹੈ, ਉਹੀ ਸਾਡਾ ਸਤਿਗੁਰੂ ਹੈ, ਸ਼ਬਦ ਸਰੂਪ ਹੈ। ਫਿਰ ਅੱਗੇ ਇੱਕ ਗੱਲ ਕੀਤੀ, ਕਿਸੇ ਸਿੱਖ ਨੇ ਸਵਾਲ ਕੀਤਾ, ਲੱਗਦਾ ਹੈ ਮਹਾਰਾਜ ਇਹ ਤੇ ਬੜੀ ਬਰੀਕ ਤੁਸੀਂ ਗੱਲ ਕਰ ਦਿੱਤੀ, ਇਹ ਓਅੰਕਾਰ ਦੀ ਹੈ ਜਿਹੜੀ ਇੱਕ ਓਅੰਕਾਰ, ਉਹਦੇ ਤੱਕ ਜਾਈਏ ਕਿਵੇਂ, ਸਿੱਧੇ ਕਿਵੇਂ ਜੁੜੀਏ ਉਹਦੇ ਨਾਲ? ਤੇ ਸਤਿਗੁਰੂ ਨੇ ਅੱਗੇ ਰਾਹ ਦੱਸ ਦਿੱਤਾ, ਕਹਿੰਦੇ ਕਥਨੀ ਅਨਾਦ। ਉਹਦੇ ਤੋਂ ਦੂਜੇ ਨੰਬਰ ਤੇ ਕਥਨੀ ਹੈ। ਜੇ ਤੁਸੀਂ ਉਸ ਇੱਕ ਓਅੰਕਾਰ ਨਾਲ ਜੁੜਨਾ ਹੈ ਤੇ ਹੁਣ ਤੁਹਾਨੂੰ ਕਥੇ ਹੋਏ ਨਾਮ ਨਾਲ ਜੁੜਨਾ ਪਏਗਾ। ਪਹਿਲਾਂ ਇਹ ਰਾਹ ਜਾਂਦਾ ਉਸ ਨੂੰ ਕਥਿਆ ਹੋਇਆ ਨਾਮ ਦਾ ਮਤਲਬ ਕੀ? ਜਿਹੜਾ ਮੂੰਹ ਤੋਂ ਅਸੀਂ ਲਫ਼ਜ਼ਾਂ ਦੇ ਰੂਪ ਵਿੱਚ, ਵਰਨਮਾਲਾ ਦੇ ਰੂਪ ਵਿੱਚ ਬੋਲ ਲਈਏ, ਉਹਨੂੰ ਕਹਿੰਦੇ ਨੇ ਕਥਿਆ ਹੋਇਆ ਨਾਮ। ਆਪਾਂ ਹੁਣ ਇੱਧਰ ਕਥਾ ਕਰ ਰਹੇ ਹਾਂ ਨਾ, ਇਹਨੂੰ ਕੀ ਕਹਿੰਦੇ ਆ? ਕਥਾ ਦਾ ਮਤਲਬ ਹੈ ਜਿਸ ਚੀਜ਼ ਨੂੰ ਲਫ਼ਜ਼ਾਂ ਵਿੱਚ ਬੋਲਿਆ ਜਾ ਸਕੇ। ਜੋ ਇੱਕ ਓਅੰਕਾਰ ਹੈ ਉਹ ਲਫ਼ਜ਼ਾਂ ਦੇ ਵਿੱਚ ਨਹੀਂ ਬੋਲਿਆ ਜਾ ਸਕਦਾ, ਉਹ ਸਿਰਫ ਮਹਿਸੂਸ ਕਰਨ ਦੀ ਇੱਕ ਤਰੀਕਾ ਹੈ। ਤੇ ਉਹਦੇ ਤੱਕ ਕਿਵੇਂ ਜਾਈਏ? ਕਿਸੇ ਸਿੱਖ ਨੇ ਸਵਾਲ ਕੀਤਾ, ਕੋਈ ਰਾਹ ਦੱਸੋ, ਕੋਈ ਤਰੀਕਾ ਦੱਸੋ। ਤੇ ਹਜ਼ੂਰ ਨੇ ਕਹਿ ਦਿੱਤਾ ਕਥਨੀ ਅਨਾਦ। ਉਸ ਆਦ ਤੋਂ ਬਾਅਦ ਵਿੱਚ ਕਥਨ ਕੀਤਾ ਹੋਇਆ ਗਿਆਨ ਜੋ ਬੋਲਿਆ ਗਿਆ ਉਹਨੂੰ ਤੁਸੀਂ ਜਪੋ। ਉਹ ਕਿਹੜਾ ਹੈ? ਉਹ ਗਿਆਨ ਕਿਹੜਾ ਜਿਹੜਾ ਗੁਰੂ ਨੇ ਆਪਣੇ ਮੂੰਹ ਤੋਂ ਬੋਲ ਦਿੱਤਾ ਹੈ? ਉਹਨੂੰ ਕਹਿੰਦੇ ਨੇ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਉਹ ਬਾਣੀ ਨੂੰ ਤੁਸੀਂ ਜਪੋ। ਉਹ ਦਿਸਦੇ ਹੋਏ ਭਾਸ਼ਾ ਦੇ ਵਾਲੇ ਗਿਆਨ ਦੇ ਨਾਲ ਤੁਸੀਂ ਨਾਮ ਨਾਲ ਜੁੜ ਜਾਓ। ਉਹਨੂੰ ਜਪੋ ਤੁਸੀਂ, ਜਿਹੜਾ ਤੁਹਾਨੂੰ ਪੰਜ ਪਿਆਰਿਆਂ ਨੇ ਗੁਰਮੰਤਰ, ਮੂਲ ਮੰਤਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ। ਉਹਨੂੰ ਜਿਉਂ-ਜਿਉਂ ਤੁਸੀਂ ਪਿਆਰ ਨਾਲ ਜਪੋਗੇ ਤਾਂ ਫਿਰ ਤੁਸੀਂ ਇੱਕ ਓਂਕਾਰ ਤੱਕ ਚਲੇ ਜਾਓਗੇ। ਇਸ ਲਈ ਕਥਨੀ ਦੀ ਬੜੀ ਲੋੜ ਹੈ। ਕਥਨੀ ਦਾ ਮਤਲਬ ਬੋਲੇ ਹੋਏ ਗਿਆਨ ਦੀ ਜ਼ਰੂਰਤ ਹੈ ਸੰਸਾਰੀ ਬੰਦੇ ਨੂੰ, ਪਰ ਉਹਦੇ ਵਿੱਚ ਖਤਰਾ ਵੀ ਕਿਤੇ ਕਥਨ ਬਦਨ ਦੇ ਵਿੱਚ ਹੀ ਨਾ ਬੰਦਾ ਰਹਿ ਜਾਏ, ਕਿਤੇ ਬੋਲਣ ਵਿੱਚ ਹੀ ਨਾ ਸਾਰਾ ਸਮਾਂ ਗੁਜ਼ਾਰਦਾ। ਬੋਲੀ ਜਾਏ ਸਿਰਫ ਗਿਆਨ ਨੂੰ, ਸੁਣੀ ਜਾਏ, ਲਿਖੀ ਜਾਏ, ਕਿਤਾਬ ਪੜ੍ਹੀ ਜਾਏ, ਕਿਤਾਬਾਂ ਦੀ ਗੱਲ ਚੱਲਦੀ ਜਾਏ, ਉਹਨੂੰ ਛੱਡੇ ਹੀ ਨਾ। ਯਾਦ ਰੱਖਣਾ ਧਰਮ ਦਾ ਇੱਕ ਬਹੁਤ ਵੱਡਾ ਨਿਯਮ ਹੈ, ਫੜੋ ਤੇ ਛੱਡੋ, ਫਿਰ ਫੜੋ ਫਿਰ ਛੱਡੋ। ਇੱਕ ਰਾਹ ਨੂੰ ਪਕੜੋ, ਸਮਾਂ ਆਉਣ ਤੇ ਉਹਨੂੰ ਛੱਡ ਦਿਓ, ਦੂਜੇ ਤੇ ਤੁਰੋ, ਫਿਰ ਉਹਨੂੰ ਛੱਡੋ, ਫਿਰ ਤੀਜੇ ਤੇ ਤੁਰੋ। ਜ਼ਰੂਰਤ ਹੈ ਵਿਕਾਸ ਵਾਸਤੇ। ਇਹ ਤਾਂ ਸੰਸਾਰ ਵਿੱਚ ਵੀ ਚੱਲਦਾ ਹੈ ਕਿ ਤੁਸੀਂ ਪਹਿਲੀ ਕਲਾਸ ਵਿੱਚ ਗਏ, ਹੁਣ ਉਹਨੂੰ ਛੱਡੋ, ਸਮੇਂ ਨਾਲ ਪਾਸ ਕਰੋ, ਉਸ ਨੂੰ ਲੰਘ ਜਾਓ। ਤਾਂ ਜੇ ਤੁਸੀਂ ਉਹਦੇ ਵਿੱਚ ਬੈਠੇ ਰਹੇ ਤਾਂ ਉੱਥੇ ਹੀ ਟੀਚਰ ਹੋ ਜਾਓਗੇ। ਟੀਚਰ ਦਾ ਮਤਲਬ ਉਮਰ ਵੱਧ ਜਾਏਗੀ। ਜੇ 10 ਸਾਲ ਪਹਿਲੀ ਕਲਾਸ ਵਿੱਚ ਹੀ ਲਾ ਦਿੱਤੇ ਤਾਂ ਨਾਮ ਨੂੰ ਬੋਲਣਾ ਇੱਕ ਪਹਿਲੀ ਕਲਾਸ ਹੈ। 2 ਦੂਣੀ 4, 2 ਤੀਆ 6। ਤੁਸੀਂ ਵੇਖਿਆ ਹੋਵੇਗਾ ਬੱਚਿਆਂ ਦੀ ਕਿਵੇਂ ਆਵਾਜ਼ ਆਉਂਦੀ ਸਕੂਲ ਦੇ ਵਿੱਚੋਂ ਦੂਰ ਦੂਰ ਤੱਕ। ਉਹ ਕਹਿੰਦੇ ਜ਼ੋਰ ਦੀ ਬੋਲੋ। ਤਾਂ ਉਹ ਕਿਉਂ ਬੁਲਾਇਆ ਜਾਂਦਾ ਹੈ ਕਿ ਉਹ ਬੋਲਿਆ ਹੋਇਆ ਜਿਹੜੀ ਗਿਣਤੀ ਹੈ ਉਹਨਾਂ ਦੇ ਅਚੇਤਨ ਮਨ ਵਿੱਚ ਧੱਸ ਜਾਏ, ਡੂੰਘੀ ਪੱਕੀ ਹੋ ਜਾਏ। ਤਾਂ ਹੁਣ ਜਦੋਂ ਉਹਨਾਂ ਨੂੰ ਇਹ ਪੁੱਛਣਾ ਹੋਵੇਗਾ ਵੀ 2 5 ਕਿਤਨਾ ਹੁੰਦਾ ਹੈ, ਤਾਂ ਉਹਨਾਂ ਨੂੰ ਸ਼ੁਰੂ ਵਿੱਚੋਂ ਨਹੀਂ ਕਰਨਾ ਪਏਗਾ, ਉਹ ਸਿੱਧੇ ਚਲੇ ਜਾਣਗੇ ਇੱਕਦਮ। ਉਹਨਾਂ ਨੂੰ ਆਰੰਭ ਤੋਂ ਸਾਰਾ ਨਹੀਂ ਪੜ੍ਹਨਾ ਪਏਗਾ, ਉਹ ਸ਼ੁਰੂ ਤੋਂ ਨਹੀਂ ਪੜ੍ਹਦੇ, ਕਿਉਂਕਿ ਉਹਨਾਂ ਨੇ ਇੰਨੀ ਵਾਰੀ ਉਹਦਾ ਪ੍ਰੈਕਟੀਕਲ, ਇੰਨੀ ਵਾਰੀ ਅਭਿਆਸ ਕੀਤਾ ਹੈ ਕਿ ਹੁਣ ਉਹ ਸਾਰੀਆਂ ਗਿਣਤੀਆਂ ਨੂੰ ਇੱਕੋ ਦਮ ਪਕੜ ਲੈਂਦੇ ਨੇ।
ਤਾਂ ਗੁਰਮੁਖ ਪਹਿਲਾਂ ਜਪਦਾ ਬਹੁਤ ਜ਼ਿਆਦਾ, ਪਰ ਜੇ ਕਿਤੇ ਉਹ 10ਵੀਂ ਵਾਲੇ ਵਿੱਚ ਜਾ ਕੇ ਤੇ ਉੱਚੀ ਉੱਚੀ ਪਹਾੜੇ ਪੜ੍ਹਨ ਲੱਗ ਜਾਏ, ਉਹਦੇ ਕੀ ਅਰਥ ਹੋਣਗੇ? ਉਹ ਤਾਂ ਬਿਲਕੁਲ ਗਲਤ ਲੱਗੇਗਾ। ਸ਼ਾਇਦ ਸਾਨੂੰ ਇਹ ਆਦਤ ਪੈ ਗਈ, ਅਸੀਂ ਸਾਰੀ ਉਮਰ ਪਹਾੜੀ ਪੜ੍ਹਦੇ ਰਹਾਂਗੇ, ਅਸੀਂ ਸਾਰੀ ਉਮਰ ਨਹੀਂ। ਇਸ ਤਰ੍ਹਾਂ ਦੀ ਗੱਲ ਨਹੀਂ। ਜਿਉਂ-ਜਿਉਂ ਇਹ ਕਲਾਸ ਅੱਗੇ ਲੰਘਦੀ ਹੈ, ਤਿਉਂ-ਤਿਉਂ ਪਿਛਲੀਆਂ ਚੀਜ਼ਾਂ ਛੁੱਟਦੀਆਂ ਨੇ। ਹਾਂ, ਪਿਛਲਿਆਂ ਦੇ ਜ਼ਰੂਰ ਕੰਮ ਆਉਂਦੀਆਂ। ਤਾਂ ਗੁਰੂ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਵੀ ਸਿੱਖ ਉਸ ਨਾਮ ਦੇ ਨਾਲ ਜੁੜਨ ਵਾਸਤੇ ਕੀ ਕਰੇ? ਬਾਣੀ ਨਾਲ ਜੁੜੇ ਜਿਹੜਾ ਦਿਸਦਾ ਹੋਇਆ ਸ਼ਬਦ ਹੈ, ਜਿਹੜਾ ਦਿਸਦਾ ਹੋਇਆ ਨਾਮ ਹੈ, ਉਹਦੀ ਕਮਾਈ ਕਰੇ, ਉਹਦਾ ਅਭਿਆਸ ਕਰੇ, ਉਹਨੂੰ ਜਪੇ। ਤੇ ਜਪਦਿਆਂ ਜਪਦਿਆਂ ਜਦੋਂ ਉਹ ਪੂਰਾ ਜਪਿਆ ਜਾਏਗਾ, ਉਦੋਂ ਆਪਣੇ ਆਪ ਉਹ ਚੁੱਪ ਹੋ ਜਾਏਗਾ। ਅਸੀਂ ਕਹਾਂਗੇ ਕਦੋਂ ਕਰੀਏ, ਕਿੰਨੇ ਸਾਲ ਬਾਅਦ, ਕਿੰਨੇ ਸਾਲ ਜਪੀਏ ਤੇ ਕਿੰਨੇ ਸਾਲ ਛੱਡੀਏ। ਤੁਸੀਂ ਕਦੀ ਖਿਆਲ ਕਰਨਾ, ਜਦੋਂ ਕਿਸੇ ਦੇ ਸਰੀਰ ਵਿੱਚ ਬਚਪਨ ਹੁੰਦਾ ਤੇ ਉਹਨੂੰ ਦੱਸਣਾ ਨਹੀਂ ਪੈਂਦਾ ਵੀ ਇਹ ਬਚਪਨ ਹੈ। ਜਦੋਂ ਬਚਪਨ ਦੇ ਵਿੱਚ ਖੁਰਾਕ ਖਾਂਦਾ ਜਾਂਦਾ ਤੇ ਉਹਨੂੰ ਫਿਰ ਦੱਸਣਾ ਨਹੀਂ ਪੈਂਦਾ ਵੀ ਹੁਣ ਤੂੰ ਜਵਾਨ ਹੋ ਗਿਆ। ਜਵਾਨੀ ਉਹਦੇ ਸਰੀਰ ਵਿੱਚ ਆ ਜਾਂਦੀ ਹੈ ਆਪਣੇ ਆਪ। ਤਾਂ ਜੇ ਅਸੀਂ ਨਾਮ ਦੀ ਖੁਰਾਕ ਨੂੰ ਖਾਧਾ ਤੇ ਜਿੱਦਣ ਸਾਡੇ ਵਿੱਚ ਧਰਮ ਦੀ ਜਵਾਨੀ ਆਵੇਗੀ ਤਾਂ ਉਹ ਦੱਸਣਾ ਨਹੀਂ ਪਏਗਾ ਵੀ ਹੁਣ ਤੂੰ ਬਚਪਨ ਵਾਲੇ ਕੱਪੜੇ ਲਾਹ ਦੇ, ਹੁਣ ਨਾ ਪਾਇਆ ਕਰ, ਹੁਣ ਖਿਡੌਣਿਆਂ ਨਾਲ ਨਾ ਖੇਡਿਆ ਕਰ। ਜਵਾਨੀ ਵਿੱਚ ਆਪੇ ਛੁੱਟ ਜਾਣਗੇ। ਤਾਂ ਜਿਵੇਂ ਸਿੱਖ ਕਮਾਈ ਕਰਦਾ ਹੈ, ਜਿਉਂ-ਜਿਉਂ ਗੁਰੂ ਦੇ ਹੁਕਮ ਤੇ ਤੁਰ ਕੇ ਸਿੱਖੀ ਨੂੰ ਕਮਾਉਂਦਾ ਹੈ, ਜਿੱਦਣ ਉਹ ਧਰਮ ਦੇ ਵਿੱਚ, ਉਹਦੇ ਸਰੀਰ ਵਿੱਚ ਉਹਦਾ ਕੱਦ ਵੱਡਾ ਹੋ ਜਾਂਦਾ ਹੈ, ਤਾਂ ਪੁਰਾਣੀਆਂ ਚੀਜ਼ਾਂ ਉਹਦੀਆਂ ਆਪੇ ਛੁੱਟ ਜਾਂਦੀਆਂ ਨੇ। ਤੇ ਜੇ ਉਹ ਛੋਟੀਆਂ ਚੀਜ਼ਾਂ ਨਹੀਂ ਛੱਡਦਾ, ਇਹਦਾ ਮਤਲਬ ਉਹਦਾ ਕੱਦ ਹੀ ਕੋਈ ਨਹੀਂ ਵਧਿਆ, ਉਹਨੂੰ ਹੋਰ ਕਰਨਾ ਚਾਹੀਦਾ ਫਿਰ। ਇਸ ਲਈ ਹਜ਼ੂਰ ਕਹਿੰਦੇ ਕਥਨੀ ਅਨਾਦ, ਦੂਜੇ ਨੰਬਰ ਤੇ ਕਥਨੀ ਹੈ। ਸਾਡੇ ਕੰਮ ਕੀ ਆ ਸਕਦਾ? ਬਾਣੀ ਆ ਸਕਦੀ ਹੈ। ਸਾਡੇ ਕੰਮ ਗੁਰੂ ਦਾ ਬਖਸ਼ਿਆ ਹੋਇਆ ਨਾਮ ਆ ਸਕਦਾ ਹੈ। ਫਿਰ ਸਤਿਗੁਰੂ ਆਰੰਭ ਤੋਂ ਇਹਨਾਂ ਬਚਨਾਂ ਨੂੰ ਲਈਏ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਅਨੁਭਵ ਅਨਾਸ। ਅਨੁਭਵ, ਇਹ ਸਾਰਾ ਹੀ ਵਿਸ਼ਾ ਜਿੱਥੇ ਤੁਸੀਂ ਜੁੜ ਕੇ ਬੈਠੇ ਹੋਏ ਹੋ, ਇੱਥੇ ਸਾਰੇ ਦਾ ਸਾਰਾ ਕੰਮ ਅਨੁਭਵ ਦਾ ਹੈ, ਤਜਰਬੇ ਦਾ ਹੈ, ਪ੍ਰਤੀਤ ਕਰਨ ਦਾ ਹੈ, ਮਹਿਸੂਸ ਕਰਨ ਦਾ ਹੈ, ਸੋਚਣ ਦਾ ਨਹੀਂ। ਖਿਆਲ ਰੱਖਣਾ, ਸੋਚ ਵਿੱਚੋਂ ਨਿਕਲਣਾ ਚਾਹੀਦਾ। ਇੱਥੇ ਆ ਕੇ ਵਿਚਾਰਾਂ ਵਿੱਚੋਂ ਅੱਗੇ ਚਲੇ ਜਾਣਾ ਚਾਹੀਦਾ। ਇੱਥੇ ਜਿਵੇਂ ਕੁਝ ਚੀਜ਼ਾਂ ਅਨੁਭਵ ਕੀਤੀਆਂ ਜਾਂਦੀਆਂ ਵੀ ਕਿੱਥੇ ਕਰਕੇ ਸਰੀਰ ਵਿੱਚ ਦਰਦ ਹੈ, ਆਪਣੇ ਆਪ ਖਬਰ ਮਿਲਦੀ ਰਹਿੰਦੀ। ਤਾਂ ਨਾਮ ਜਿਹੜਾ ਹੈ ਤਜਰਬਾ ਕਰਨ ਵਾਲੀ ਚੀਜ਼ ਹੈ। ਜਿੱਥੇ ਤੁਸੀਂ ਬੈਠੇ ਹੋ, ਜਿੰਨਾ ਕਿਸੇ ਕੋਲ ਤਜਰਬਾ ਜ਼ਿਆਦਾ, ਉਹਨਾਂ ਇੱਥੇ ਜ਼ਿਆਦਾ ਲਾਭ ਲੈ ਜਾਏਗਾ। ਜਿੰਨਾ ਤਜਰਬਾ ਨਹੀਂ, ਉਹ ਤਾਂ ਇੱਧਰ ਉੱਧਰ ਪੜਦੇ ਵੇਖ ਕੇ ਜਾਂ ਰੰਗ ਟੰਗ ਦੇਖ ਕੇ, ਲਾਈਟਾਂ ਦੇਖ ਕੇ, ਕੈਮਰੇ ਦੇਖ ਕੇ ਮੁੜ ਜਾਏਗਾ, ਹੋਰ ਉਹਨੂੰ ਕੁਝ ਨਹੀਂ ਮਿਲੇਗਾ। ਤਾਂ ਇਹਨੂੰ ਜੇ ਮੰਨਣਾ ਹੈ, ਜੋ ਕੁਝ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਤੇ ਸਾਡੇ ਅੰਦਰ ਇੱਕ ਚੀਜ਼ ਸੁੱਤੀ ਪਈ ਹੈ, ਉਹ ਜੇ ਕੰਮ ਕਰਨ ਲੱਗ ਪਈ, ਜਿਹਨੂੰ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਤੇ ਫਿਰ ਸਾਡਾ ਅੰਦਰੋਂ ਤਜਰਬਾ ਜਾਗਣ ਲੱਗ ਪਏਗਾ। ਤੇ ਤਜਰਬੇ ਨਾਲ ਹੀ ਅਸੀਂ ਸੁਣਾਂਗੇ, ਤਜਰਬੇ ਨਾਲ ਹੰਡਾਵਾਂਗੇ, ਤਜਰਬੇ ਨਾਲ ਮਾਣ ਸਕਾਂਗੇ। ਉਹਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਜਾਪ ਸਾਹਿਬ ਵਿੱਚ ਕਿਹਾ ਅਨੁਭਵ ਅਨਾਸ। ਇੱਕ ਐਸਾ ਤਜਰਬਾ ਧਾਰਮਿਕ ਬੰਦੇ ਨੂੰ ਮਿਲਦਾ ਹੈ ਜਿਸ ਦਾ ਨਾਸ ਨਹੀਂ, ਜਿਸ ਦੀ ਸਮਾਪਤੀ ਨਹੀਂ। ਫਿਰ ਅੱਗੇ ਬਚਨ ਕੀਤੇ, ਕਹਿੰਦੇ ਧ੍ਰਿਤ ਧਰ ਧੁਰਾਸ। ਅਕਾਲ ਪੁਰਖ ਵਾਹਿਗੁਰੂ। ਤੇ ਧ੍ਰਿਤ ਦੇ ਅਰਥ ਨੇ ਧਰਤੀ, ਧਰ ਦੇ ਅਰਥ ਨੇ, ਧਰ ਦੇ ਅਰਥ ਨੇ ਆਧਾਰ। ਧੁਰਾਸ, ਧੁਰਾਸ ਦਾ ਭਾਵ ਹੈ ਆਸਣ। ਉਹ ਧਰਤੀ ਦੇ ਉੱਤੇ ਆਸਣ ਲਾ ਕੇ ਆਪ ਬੈਠਾ ਹੋਇਆ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ, ਤਾਂ ਹੀ ਕਿਹਾ ਸੀ ਵੀ ਸਗਲੀ ਧਰਤੀ ਸਾਧਕੀ। ਕਬੀਰ ਜੀ ਨੇ ਕਿਹਾ ਕਬੀਰ ਧਰਤੀ ਸਾਧਕੀ, ਇਹ ਸ਼ਬਦ ਹੈ। ਤਸਕਰ ਬੈਠੇ ਗਾਹੇ, ਇਹ ਜਿਹੜੀ ਧਰਤੀ ਬਣਾਈ ਸੀ ਨਾ, ਇਹ ਕਿਹਨਾਂ ਵਾਸਤੇ ਬਣਾਈ ਸੀ? ਅਕਾਲ ਪੁਰਖ ਨੇ ਸਾਧੂਆਂ ਵਾਸਤੇ। ਸਾਧੂ ਦਾ ਮਤਲਬ ਭਲੇ ਮਾਨਸ ਮਨੁੱਖ।
ਚੰਗੇ ਮਨੁੱਖ, ਸਾਧੂ ਦੇ ਅਰਥ ਜਿੱਥੇ ਵੀ ਹੋਣਗੇ, ਆ ਥੋੜ੍ਹੇ ਜਿਹੇ ਸਰੀਰਾਂ ਨੂੰ ਹੁੰਦਾ ਕਿ ਉਹ ਸਾਧੂ ਬਣ ਜਾਂਦੇ, ਬਿਲਕੁਲ ਸੰਸਾਰ ਤੋਂ ਦੂਰ। ਉਹ ਜ਼ਰੂਰਤ ਹੁੰਦੀ ਕੋਈ ਕੁਦਰਤ ਦੀ, ਕੋਈ ਵਿਰਲਾ ਵਿਰਲਾ ਕੋਟਨ ਮੈਂ ਨਾਨਕ ਕੋ, ਪਰ ਸਾਧੂ ਆਮ ਸੰਸਾਰੀ ਵੀ ਹੋ ਸਕਦਾ। ਇਹ ਧਰਤੀ ਬਣਾਈ ਸੀ ਕਬੀਰ ਧਰਤੀ ਸਾਧ ਕੀ, ਪਰ ਇੱਥੇ ਹੋਇਆ ਕਿ ਸਾਧੂ ਢਿੱਲੇ ਪੈ ਗਏ, ਉਹਨਾਂ ਦੀ ਸਾਧਨਾ ਕਮਜ਼ੋਰ ਹੋ ਗਈ, ਤੇ ਉਹਨਾਂ ਦੇ ਹੱਥਾਂ ਵਿੱਚ ਸ਼ਸਤਰ ਕੋਈ ਨਹੀਂ ਸੀ, ਉਹ ਕਮਜ਼ੋਰ ਹੋ ਗਏ ਇਸ ਧਰਤੀ 'ਤੇ। ਇਸ ਧਰਤੀ 'ਤੇ ਧਾਰਮਿਕ ਬੰਦੇ ਸਦਾ ਹੀ ਕਮਜ਼ੋਰ ਰਹੇ ਨੇ ਸੰਸਾਰੀ ਤੌਰ 'ਤੇ। ਵੈਸੇ ਉਹ ਬੜੇ ਬਲਵਾਨ ਨੇ, ਪਰ ਸ਼ਕਤੀ ਉਹਨਾਂ ਨੇ ਹੱਥਾਂ ਵਿੱਚ ਨਹੀਂ ਰੱਖੀ। ਕਬੀਰ ਧਰਤੀ ਸਾਧ ਕੀ, ਉਹਦਾ ਇੱਕ ਕਾਰਨ ਸੀ ਕਿ ਸ਼ਕਤੀ ਜਿਹੜੀ ਉਹ ਨਾਮ ਨਾਲ ਨਹੀਂ ਜੁੜਨ ਦਿੰਦੀ। ਬੜਾ ਵੱਡਾ ਵਿਰੋਧ ਹੈ। ਸ਼ਕਤੀ ਨਾਲ ਧਰਮ ਵੱਧਦਾ ਹੈ, ਜਿੰਨੀ ਮਾਇਆ ਜ਼ਿਆਦਾ ਹੋਵੇਗੀ, ਜਿੰਨੀ ਬਾਹਾਂ ਦਾ ਬਲ ਹੋਵੇਗਾ, ਜਿੰਨੀ ਰਾਜਨੀਤਿਕ ਸ਼ਕਤੀ ਹੋਵੇਗੀ, ਉਹ ਧਰਮ ਓਨਾ ਹੀ ਵਧੇਗਾ। ਪਰ ਉੱਥੇ ਇੱਕ ਬਹੁਤ ਵੱਡਾ ਖਤਰਾ ਹੈ ਵੀ ਜਿਹੜੀ ਸ਼ਕਤੀ ਨਾਲ ਆਪਾਂ ਕੰਮ ਕਰਨੇ ਆ, ਫਿਰ ਉਹਨੂੰ ਵੱਡਾ ਸਮਝਣ ਲੱਗ ਪੈਂਦੇ ਆ, ਤੇ ਧਰਮ ਛੋਟਾ ਪੈ ਜਾਂਦਾ। ਆਦਮੀ ਕਹਿੰਦਾ ਹੈ ਵੀ ਧਾਰਮਿਕ ਬੰਦੇ ਨੂੰ ਵੀ ਤੇ ਆਖਰ ਪੈਸੇ ਦੀ ਲੋੜ ਪੈਂਦੀ ਹੈ ਨਾ, ਮਨ ਵਿੱਚ ਗੱਲ ਚੱਲਦੀ ਹੈ, ਭਾਵੇਂ ਉਹ ਕਿੰਨਾ ਵੱਡਾ ਅਧਿਆਤਮਵਾਦੀ ਹੈ, ਮਾਇਆ ਦੀ ਲੋੜ ਤਾਂ ਉਹਨੂੰ ਵੀ ਪੈਂਦੀ ਹੈ। ਫਿਰ ਮਾਇਆ ਵੱਡੀ ਹੈ ਕਿ ਧਰਮ ਵੱਡਾ ਹੈ? ਇਹ ਖਿਆਲ ਬੜਾ ਖਤਰਨਾਕ, ਇਹ ਅੰਦਰੋਂ ਨਾਸਤਿਕਤਾ ਨੂੰ ਪੈਦਾ ਕਰਦਾ ਹੈ। ਪਰ ਜੇ ਉਹਦੀ ਬੁੱਧੀ ਇੰਨੀ ਵਿਰਾਟ ਵੱਡੀ ਹੋਵੇਗੀ ਤਾਂ ਉਸ ਗੱਲ ਨੂੰ ਜਾਣ ਲਏਗਾ ਵੀ ਮਾਇਆ ਪੂਰਕ ਹੈ ਉਹਦੇ ਜੀਵਨ ਦੀ, ਧਰਮ ਨੂੰ ਵਧਾਉਣ ਵਾਸਤੇ ਇੱਕ ਸਾਧਨ ਹੈ, ਉਹਦੀ ਲੋੜ ਹੈ ਹਰ ਇੱਕ ਨੂੰ, ਫਿਰ ਧਰਮ ਉਹਦੀ ਜ਼ਿੰਦਗੀ ਵਿੱਚ ਉੱਚਾ ਰਹੇਗਾ। ਇਸ ਲਈ ਇਹ ਬੜਾ ਵੱਡਾ ਕਾਰਨ ਰਿਹਾ ਹੈ। ਧਾਰਮਿਕ ਬੰਦਿਆਂ ਕੋਲ ਤਾਕਤ ਘਟ ਰਹੀ ਹੈ, ਤੇ ਜੇ ਉਹਨਾਂ ਕੋਲ ਤਾਕਤ ਆਈ ਹੈ ਤੇ ਉਹਨਾਂ ਕੋਲ ਧਰਮ ਨਹੀਂ ਰਿਹਾ। ਦੋਵਾਂ ਦਾ ਬੜਾ ਗਹਿਰਾ ਵਿਰੋਧ ਹੈ, ਆਪਸ ਵਿੱਚ ਖਹਿੰਦੇ ਨੇ। ਕਿਤੇ ਕਿਤੇ ਸ਼ਕਤੀ ਵਾਲੇ ਬੰਦੇ ਧਾਰਮਿਕ ਬਣ ਗਏ, ਉਹਨਾਂ ਨੇ ਵਧਾ ਦਿੱਤਾ। ਆ ਬੁੱਧ ਧਰਮ ਜਿਹੜਾ ਹੈ ਬਿਲਕੁਲ ਛੋਟਾ ਸੀ, ਕਮਜ਼ੋਰ ਸੀ, ਅਸ਼ੋਕ ਨੇ ਵਧਾਇਆ, ਉਹ ਬੁੱਧ ਬਣ ਗਿਆ, ਬੋਧੀਆਂ ਤੋਂ ਪ੍ਰਭਾਵਿਤ ਹੋ ਗਿਆ, ਬਾਦਸ਼ਾਹ ਸੀ, ਉਹਨੇ ਸਾਰੀ ਸ਼ਕਤੀ ਝੋਕ ਦਿੱਤੀ, ਵਿਦਿਆ ਦੀ, ਧਨ ਦੀ, ਸਾਰੇ ਸਾਧਨ ਲਾ ਦਿੱਤੇ ਬੁੱਧ ਧਰਮ ਦੇ। ਇੱਕਦਮ ਫੈਲ ਗਿਆ ਅਫਗਾਨਿਸਤਾਨ ਤੱਕ, ਤੁਸੀਂ ਜਾਣਦੇ, ਦੂਰ ਦੂਰ ਤੱਕ, ਚਾਈਨਾ ਸਾਰਾ ਬੁੱਧ ਬਣਿਆ। ਇਹ ਕਿਉਂ ਹੋਇਆ? ਵੀ ਇੱਕ ਸ਼ਕਤੀ ਵਾਲਾ ਆਦਮੀ ਆ ਗਿਆ ਉਹਦੇ ਵਿੱਚ, ਪਰ ਉਹਦੇ ਵਿੱਚ ਇੱਕ ਨੁਕਸਾਨ ਵੀ ਹੋਇਆ, ਕਿਉਂਕਿ ਜਦੋਂ ਸ਼ਕਤੀ ਨਾਲ ਉਸ ਧਰਮ ਨੂੰ ਵਧਾਇਆ ਤੇ ਬਹੁਤੇ ਲੋਕ ਸਮਝਣ ਲੱਗ ਪਏ ਵੀ ਇਹ ਧਰਮ ਸ਼ਕਤੀ ਕਰਕੇ ਵਧਿਆ, ਧਰਮ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ, ਇਸ ਕਰਕੇ ਨੁਕਸਾਨ ਹੋ ਗਿਆ। ਇਹਨੂੰ ਜਾਣਨਾ ਬੜਾ ਮੁਸ਼ਕਲ ਹੈ। ਇਸ ਲਈ ਹਜ਼ੂਰ ਕਹਿੰਦੇ ਧਰਤੀ ਸਾਧ ਕੀ, ਇਹ ਬਣਾਈ ਸੀ ਸਾਧੂਆਂ ਵਾਸਤੇ ਧਰਤੀ। ਤਸਕਰ ਬੈਠੇ ਗਾਹੇ, ਤਸਕਰਾਂ ਨੇ, ਚੋਰਾਂ ਨੇ, ਬੇਈਮਾਨਾਂ ਨੇ, ਰਿਸ਼ਵਤਖੋਰਾਂ ਨੇ ਇੱਥੇ ਗਾਹੇ ਦਾ ਅਰਥ ਇਹਨੂੰ ਗਾਹ ਦਿੱਤਾ ਹੈ, ਕਬਜ਼ਾ ਕਰ ਲਿਆ। ਧਰਤੀ ਭਾਰ ਨਾ ਵਿਆਪਈ, ਤਿੰਨ ਕੋ ਲਾਹੂ ਲਾਹੇ। ਇਹ ਹੁਣ ਕਬੀਰ ਸਾਹਿਬ ਸੰਤ ਨੇ ਨਾ ਇਕੱਲੇ, ਤੇ ਗੱਲ ਤੇ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲੀ। ਲਾਹੂ ਲਾਹੇ ਦੇ ਅਰਥ ਨੇ ਇਹਨਾਂ ਚੋਰਾਂ ਦਾ, ਇਹਨਾਂ ਬੇਈਮਾਨਾਂ ਦੇ ਸਿਰ ਲਾ ਦੇਣੇ ਚਾਹੀਦੇ। ਲਾਹੂ ਲਾਹੇ ਦਾ ਅਰਥ ਇਹ ਹੈ, ਇਹਨਾਂ ਤੋਂ ਸ਼ਕਤੀ ਖੋਹਣੀ ਚਾਹੀਦੀ ਹੈ। ਇਹ ਇੱਕ ਸੰਤ ਦੇ ਬਚਨ ਨੇ, ਅਸੀਂ ਕਹਿੰਦੇ ਹਾਂ ਕਬੀਰ ਜੀ ਇਕੱਲੇ ਭਗਤ ਨੇ। ਕਬੀਰ ਸੰਤ ਸਿਪਾਹੀ ਹੈ। ਸਿਪਾਹੀ ਉਹ ਚੰਗਾ ਹੈ ਜਿਹਦੇ ਵਿਚਾਰਧਾਰਾ ਵਿੱਚ ਕੋਈ ਨਾ ਕੋਈ ਬੇਸ ਹੋਵੇ। ਅਸੀਂ ਤੇ ਸਿੱਧੇ ਹੀ ਸਿਪਾਹੀ ਬਣ ਗਏ, ਵਿਚਾਰਧਾਰਾ ਤੇ ਹੈ ਹੀ ਕੋਈ ਨਹੀਂ। ਬੇਸ ਤਾਂ ਹੋਵੇ ਨਾ ਕੋਈ ਸਿਪਾਹੀ ਦਾ। ਤਲਵਾਰ ਫੜੀ ਕਾਹਦੇ ਵਾਸਤੇ? ਕੋਈ ਪ੍ਰਯੋਜਨ ਵੀ ਹੈ ਕਿ ਨਹੀਂ? ਕਿ ਇਕੱਲੀ ਸੂਤ ਕੇ ਰੱਖਣੀ, ਇਕੱਲੀ ਬਸ, ਕੰਮ ਕੀ ਕਰਨਾ ਇਹਦੇ ਨਾਲ? ਤਲਵਾਰ ਤੇ ਰੱਖੀ ਹੈ, ਨਾਮ ਤੇ ਧਰਾਇਆ ਵੀ ਅਸੀਂ ਗੁਰੂ ਦੇ ਬਿਲਕੁਲ ਨੇੜੇ ਹਾਂ। ਆ ਬਾਕੀ ਤੇ ਜਿਹੜੇ ਸਿਵਲੀਅਨ ਹਨ, ਅਸੀਂ ਗੁਰੂ ਕੀ ਫੌਜ ਹਾਂ, ਲਾਡਲੀ ਫੌਜ ਹਾਂ, ਸ਼ਸਤਰ ਰੱਖੇ ਨੇ, ਹਰ ਰੋਜ਼ ਮਾਸ ਮੀਟ ਵੀ ਖਾਣਾ ਗੁਰੂ ਦਾ ਨਾਮ ਲੈ ਕੇ, ਝਟਕਾ ਕੇ। ਕਿਤੇ ਸਮਾਜ ਵਿੱਚ ਵਰਤਦੀਆਂ ਹੋਈਆਂ ਬੁਰਾਈਆਂ ਦੇ ਨਾਲ ਕਦੀ ਟੱਕਰ ਲਈ ਹੈ? ਜਿੱਥੇ ਕਿਤੇ ਸਮਾਜ ਦੇ ਵਿੱਚ ਪਾਪ ਵਧਿਆ, ਉਹਦੇ ਖਿਲਾਫ ਵੀ ਕਦੀ ਕੁਝ ਕੀਤਾ ਹੈ ਕਿ ਨਹੀਂ?
ਕਿਤੇ ਕਿਤੇ ਤਸਕਰ ਨੂੰ ਸਬਕ ਸਿਖਾਇਆ ਕਿ ਨਹੀਂ? ਉਹ ਤਾਂ ਕੁਝ ਵੀ ਨਹੀਂ ਕੀਤਾ, ਕੰਮ ਤੇ ਕੀਤਾ ਹੀ ਕੋਈ ਨਹੀਂ, ਸਿਰਫ ਗੁਰੂ ਦਾ ਨਾਂ ਲੈ ਕੇ ਖਾਈ ਜਾ ਰਹੇ ਆ, ਭੇਖ ਪਾਇਆ ਹੈ। ਇਸ ਕਰਕੇ ਸਮਾਂ ਪਾ ਕੇ ਭੇਖ ਚੱਲਦੇ ਨੇ, ਸਮਾਂ ਪਾ ਕੇ ਲੋਕ ਆਪਣੇ ਸਰੀਰ ਦੀ ਪੂਰਤੀ ਕਰ ਲੈਂਦੇ ਨੇ ਧਰਮ ਦੇ ਵਿੱਚੋਂ, ਹੋਰ ਉੱਥੇ ਕੱਖ ਵੀ ਨਹੀਂ ਬਚਦਾ। ਤਾਂ ਇਸ ਤਰ੍ਹਾਂ ਦੇ ਸਤਿਗੁਰੂ ਨੇ ਖਿਆਲ ਦਿੱਤੇ, ਕਹਿੰਦੇ ਧਰਿਤ ਧਰ ਧੁਰਾਸ, ਇਸ ਧਰਤੀ ਦੇ ਉੱਤੇ ਤੂੰ ਆਸਣ ਲਾ ਕੇ ਬੈਠਾ ਹੋਇਆ। ਕਿਵੇਂ ਦੀਦਾਰ ਕਰ ਰਹੇ ਨੇ ਹਜ਼ੂਰ ਕਲਗੀਧਰ ਪਾਤਸ਼ਾਹ। ਫਿਰ ਕਹਿੰਦੇ ਆ ਜਾਨ ਬਾਹੂ ਏਕੈ ਸਦਾ ਹੋ। ਆਜਾਨ, ਬਾਹੂ, ਬਾਹੂ ਦਾ ਅਰਥ ਹੈ ਬਾਹਾਂ। ਅਜਾਨ, ਅਜਾਨ ਦਾ ਮਤਲਬ ਜਿਹਨੂੰ ਜਾਣਿਆ ਨਾ ਜਾ ਸਕੇ। ਤੇਰੀਆਂ ਬਾਹਾਂ ਵਿੱਚ ਇੰਨਾ ਕੁ ਬਲ ਹੈ, ਇੰਨੀ ਕੁ ਸ਼ਕਤੀ ਹੈ ਤੇਰੇ ਬਾਜੂਆਂ ਦੇ ਅੰਦਰ ਕਿ ਉਹਨੂੰ ਕੋਈ ਜਾਣ ਨਹੀਂ ਸਕਦਾ ਕਿ ਤੇਰੀਆਂ ਬਾਹਾਂ ਵਿੱਚ ਕਿੰਨਾ ਬਲ ਹੈ, ਕਿੰਨੀ ਸ਼ਕਤੀ ਹੈ, ਕਿੰਨੀ ਤਾਕਤ ਹੈ। ਏਕੈ ਸਦਾ ਹੋ, ਔਰ ਇਹ ਸਾਰੀ ਸ਼ਕਤੀ ਸਦਾ ਤੇਰੇ ਕੋਲ ਹੀ ਰਹਿੰਦੀ। ਤੇਰੀ ਸ਼ਕਤੀ ਦਾ ਕੋਈ ਅੰਤ ਨਹੀਂ, ਤੇਰੀਆਂ ਬਾਹਾਂ ਬਹੁਤ ਵੱਡੀਆਂ ਨੇ। ਜੇ ਤੂੰ ਕਿਸੇ ਨੂੰ ਨਸ਼ਟ ਕਰਨ ਤੇ ਆਏ ਤੇ ਇੱਕਦਮ ਆਪਣੀਆਂ ਬਾਹਾਂ ਵਿੱਚ ਦੇ ਕੇ ਦਲ ਮਲ ਦੇਣਾ, ਖਤਮ ਕਰ ਦੇਣਾ, ਇੰਨੀ ਤੇਰੇ ਅੰਦਰ ਸ਼ਕਤੀ ਹੈ। ਤੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਕਹਿੰਦੇ ਖਲ ਖੰਡ ਖਿਆਲ ਗੁਰਬਰ ਅਕਾਲ। ਇਹ ਗੁਰਬਰ ਅਕਾਲ ਜਿਹੜਾ ਹੈ ਬਹੁਤ ਵੱਡਾ ਸ਼ਬਦ ਹੈ। ਖਲ ਖੰਡ ਖਿਆਲ, ਖਲ ਕਹਿੰਦੇ ਨੇ ਮੂਰਖਾਂ ਨੂੰ, ਦੁਸ਼ਟਾਂ ਨੂੰ, ਖੰਡ ਕਹਿੰਦੇ ਨੇ ਮਾਰ ਦੇਣਾ, ਟੁਕੜੇ ਕਰ ਦੇਣੇ। ਖਿਆਲ, ਖਿਆਲ ਦੇ ਵਿੱਚੋਂ, ਖਿਆਲ ਦੁਆਰਾ ਹੀ ਮਾਰ ਦੇਣਾ। ਉਹਦੇ ਕੋਲ ਇੱਕ ਸ਼ਕਤੀ ਹੈ, ਇੱਕ ਤਾਕਤ ਹੈ, ਖਿਆਲ ਦੁਆਰਾ ਕਿਸੇ ਨੂੰ ਮਾਰਨਾ। ਧਰਮ ਵਿੱਚ ਇਹ ਸ਼ਕਤੀ ਹੈ। ਜਿਹਨੂੰ ਭੁਲਾ ਦਿੱਤਾ ਉਹਨੂੰ ਮਾਰ ਦਿੱਤਾ। ਇਸ ਲਈ ਜਦੋਂ ਕਿਸੇ ਸਿੱਖ ਨੂੰ ਗੁਰੂ ਯਾਦ ਕਰੇ, ਯਾਦ ਰੱਖੇ ਗੁਰੂ, ਉਹ ਸਮਝ ਲਓ ਜਿਉਂਦਾ ਹੈ। ਤੇ ਕਦੋਂ ਸਿੱਖ ਖਤਮ ਹੋ ਜਾਂਦਾ ਹੈ, ਕਦੋਂ ਉਹਦੀ ਜ਼ਿੰਦਗੀ ਨੀਵੀਂ ਚਲੀ ਜਾਂਦੀ, ਜਦੋਂ ਗੁਰੂ ਦੀ ਯਾਦ ਵਿੱਚੋਂ ਨਿਕਲ ਜਾਏ, ਖਿਆਲਾਂ ਵਿੱਚੋਂ ਨਿਕਲ ਜਾਏ। ਜੇ ਕਿਤੇ ਗੁਰੂ ਨੂੰ ਖਿਆਲ ਵਿੱਚ ਹੈ ਵੀ ਇਹ ਮੇਰਾ ਸਿੱਖ ਹੈ, ਕਿਤੇ ਖਿਆਲਾਂ ਵਿੱਚ ਰਹਿੰਦਾ, ਯਾਦ ਵਿੱਚ ਰਹਿੰਦਾ, ਉਹਨੂੰ ਯਾਦ ਕਰਦਾ ਰਹਿੰਦਾ। ਔਰ ਇਹ ਇੱਕ ਸੱਚਾਈ ਹੈ, ਅਸੀਂ ਕਦੀ ਗੁਰੂ ਨੂੰ ਯਾਦ ਨਹੀਂ ਕਰ ਸਕਦੇ, ਗੁਰੂ ਸਾਨੂੰ ਯਾਦ ਕਰਦਾ ਤੇ ਉਹਦੀ ਖਿੱਚ ਦੁਆਰਾ ਅਸੀਂ ਯਾਦ ਕਰਨੇ। ਇਹ ਇੱਕ ਸਿਧਾਂਤ ਹੈ। ਅਸੀਂ ਸੋਚਦੇ ਹਾਂ ਅਸੀਂ ਯਾਦ ਕੀਤਾ, ਅਸੀਂ ਜਪ ਸਕਨੇ ਹਾਂ, ਜਪਿਆ ਜਾ ਸਕਦਾ ਹੈ, ਤੇ ਜਪ ਜਪ ਕੇ ਅੰਦਰ ਆਨੰਦ ਨਹੀਂ ਆਉਂਦਾ। ਪਰ ਜਦੋਂ ਗੁਰੂ ਵੱਲੋਂ ਖਿੱਚ ਪੈਂਦੀ ਉਦੋਂ ਸਿਮਰਨ ਬਣ ਜਾਂਦਾ, ਯਾਦ ਬਣ ਜਾਂਦੀ। ਇਸ ਕਰਕੇ ਕਹਿੰਦੇ ਨੇ ਖਲ ਖੰਡ ਖਿਆਲ, ਖਿਆਲ ਦੁਆਰਾ ਦੁਸ਼ਟਾਂ ਨੂੰ ਮਾਰਨ ਵਾਲਾ ਹੈ। ਜਦੋਂ ਤੇਰੇ ਮਨ ਵਿੱਚ ਖਿਆਲ ਆ ਜਾਏ, ਇਹ ਇੱਕ ਵਿਗਿਆਨ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਇਹਨੂੰ ਇੱਕੋ ਵਾਰੀ ਥੋੜ੍ਹਾ ਜਿਹਾ ਵਰਤਿਆ ਸੀ, ਖਿਆਲ ਰੱਖਣਾ। ਖਿਆਲ ਦੁਆਰਾ, ਸ਼ਬਦ ਦੁਆਰਾ ਕਿਸੇ ਦਾ ਨਾਸ਼ ਕਰ ਦੇਣਾ। ਇਹ ਸਿੱਖੀ ਵਿੱਚ ਹੈ। ਪਰ ਇੱਕ ਗੱਲ ਖਿਆਲ ਰੱਖਿਓ, ਸਿੱਖੀ ਵਿੱਚ ਹਰ ਇੱਕ ਅਰਦਾਸ ਦੇ ਪਿੱਛੇ ਸਰਬੱਤ ਦਾ ਭਲਾ ਲਫ਼ਜ਼ ਆਉਂਦਾ ਹੈ। ਸਰਬੱਤ ਦਾ ਭਲਾ, ਨਹੀਂ ਤੇ ਕੁਝ ਦਾ ਕੁਝ ਕਰਦਾ ਸਿੱਖ, ਜੋ ਮਰਜ਼ੀ ਕਰ ਸਕਦਾ ਸ਼ਬਦ ਦੁਆਰਾ। ਆ ਇੱਕ ਬਾਣੀ ਲਿਖੀ ਨਾ ਕਲਗੀਧਰ ਪਾਤਸ਼ਾਹ ਨੇ, ਜ਼ਫਰਨਾਮਾ, ਫਤਿਹ ਦੀ ਚਿੱਠੀ, ਤੇ ਇਤਿਹਾਸ ਦੇ ਪੱਤਰੇ ਅੱਜ ਤੱਕ ਇਹ ਬੋਲ ਕੇ ਕਹਿ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਜ਼ਫਰਨਾਮਾ ਲਿਖਿਆ, ਉਹਦੇ ਵਿੱਚ ਔਰੰਗਜ਼ੇਬ ਦੀ ਸਾਰੀ ਵਿਥਿਆ ਲਿਖੀ, ਤੇ ਭਾਈ ਦਇਆ ਸਿੰਘ ਜੀ ਨੂੰ ਬੁਲਾਇਆ, ਬੁਲਾ ਕੇ ਕੋਲ ਥਾਪੜਾ ਦਿੱਤਾ, ਕਹਿਣ ਲੱਗੇ ਆ ਚਿੱਠੀ ਹੈ, ਆ ਜ਼ਫਰਨਾਮਾ ਹੈ, ਇਹ ਔਰੰਗਜ਼ੇਬ ਤੱਕ ਲੈ ਕੇ ਜਾਣਾ ਹੈ, ਔਰੰਗਜ਼ੇਬ ਤੱਕ। ਰਾਹ ਵਿੱਚ ਇਹਨੂੰ ਪੜ੍ਹਨਾ ਨਹੀਂ, ਖਿਆਲ ਰੱਖਣਾ, ਉਹਨੂੰ ਦੇਣਾ ਹੈ। ਤੇ ਭਾਈ ਸਾਹਿਬ ਭਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਦੇ ਦਿਆਂਗੇ। ਜਦੋਂ ਤੁਰਨ ਲੱਗੇ ਤੇ ਹਜ਼ੂਰ ਨੇ ਫਿਰ ਸੱਦ ਲਿਆ, ਕਹਿਣ ਲੱਗੇ ਇੱਕ ਖਿਆਲ ਰੱਖਿਓ, ਭਾਵੇਂ ਕਿੰਨਾ ਸਮਾਂ ਲੱਗ ਜਾਏ, ਇਹ ਜਿਹੜੀ ਚਿੱਠੀ ਹੈ, ਜਿਹੜਾ ਜ਼ਫਰਨਾਮਾ ਹੈ, ਕਿਸੇ ਹੋਰ ਨੂੰ ਨਹੀਂ ਫੜਾਉਣਾ, ਤੁਸੀਂ ਸਿੱਧਾ ਔਰੰਗਜ਼ੇਬ ਨੂੰ ਫੜਾਉਣਾ ਹੈ, ਹੋਰ ਨਾ ਕੋਈ ਪੜ੍ਹੇ, ਸਿੱਧਾ ਉਹ ਹੀ ਪੜ੍ਹੇ। ਤਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ
ਚਲੇ ਗਏ ਔਰੰਗਾਬਾਦ। ਔਰੰਗਾਬਾਦ ਉਹਨਾਂ ਨੂੰ ਕਈ ਮਹੀਨੇ ਲੱਗੇ ਔਰੰਗਜ਼ੇਬ ਨੂੰ ਮਿਲਣ ਵਾਸਤੇ, ਕਿਉਂਕਿ ਬਾਦਸ਼ਾਹ ਤੱਕ ਜਾਣਾ ਸੌਖਾ ਨਹੀਂ ਸੀ। ਰਾਹ ਵਿੱਚ ਬੜੇ ਅਹਿਲਕਾਰ ਸਨ, ਉਹ ਕਹਿੰਦੇ ਸਨ ਚਿੱਠੀ ਦੇ ਦਿਓ ਪਹੁੰਚਾ ਦਿਆਂਗੇ। ਭਾਈ ਸਾਹਿਬ ਜਵਾਬ ਦੇ ਦਿੰਦੇ, ਕਹਿੰਦੇ ਨਹੀਂ, ਗੁਰੂ ਸਾਹਿਬ ਦਾ ਹੁਕਮ ਹੈ, ਰਸਤੇ ਵਿੱਚ ਨਹੀਂ ਦੇਣੀ, ਭਾਵੇਂ ਕਿੰਨਾ ਸਮਾਂ ਲੱਗ ਜਾਏ, ਚਿੱਠੀ ਸਿੱਧੀ ਔਰੰਗਜ਼ੇਬ ਕੋਲ ਜਾਣੀ ਚਾਹੀਦੀ। ਤਰੀਕਾ ਸੀ ਇੱਕ। ਕਿੰਨਾ ਸਮਾਂ ਲੱਗ ਗਿਆ, ਅਖੀਰ ਨੂੰ ਇਹ ਸਾਧਨ ਬਣਿਆ ਵੀ ਭਾਈ ਦਇਆ ਸਿੰਘ ਤੇ ਔਰੰਗਜ਼ੇਬ ਦੀ ਮੀਟਿੰਗ ਦਾ ਪ੍ਰਬੰਧ ਹੋ ਗਿਆ ਵੀ ਉਹ ਮਿਲ ਸਕਦੇ ਨੇ ਆਪਸ ਵਿੱਚ। ਬੜੀ ਮੁਸ਼ਕਲ ਨਾਲ, ਬੜੇ ਯਤਨ ਨਾਲ ਭਾਈ ਦਇਆ ਸਿੰਘ ਜੀ ਨੂੰ ਅੰਦਰ ਬੁਲਾਇਆ ਗਿਆ ਤੇ ਔਰੰਗਜ਼ੇਬ ਇਕੱਠੇ ਬੈਠੇ। ਤੇ ਔਰੰਗਜ਼ੇਬ ਪੰਜਾਬੀ ਬਹੁਤ ਵਧੀਆ ਬੋਲਦਾ ਸੀ, ਉਹਨੇ ਪੰਜਾਬੀ ਵਿੱਚ ਕਿਹਾ ਵੀ ਭਾਈ ਦਇਆ ਸਿੰਘ ਜੀ, ਗੁਰੂ ਗੋਬਿੰਦ ਸਿੰਘ ਨੇ, ਮਹਾਰਾਜ ਨੇ ਬੜਾ ਕਾਹਲ ਕਰ ਦਿੱਤੀ, ਮੈਂ ਤੇ 2 ਤੋਂ 1 ਧਰਮ ਕਰਨਾ ਚਾਹੁੰਦਾ ਸੀ, ਉਹਨਾਂ ਨੇ ਕਾਹਲੀ ਕਰ ਦਿੱਤੀ, ਖਾਲਸਾ ਸਾਜਨ ਵਿੱਚ 3 ਬਣਾ ਦਿੱਤੇ। ਭਾਈ ਦਇਆ ਸਿੰਘ ਨੇ ਉਸੇ ਵੇਲੇ ਆਪਣੀ ਜੇਬ ਵਿੱਚੋਂ ਜ਼ਫ਼ਰਨਾਮਾ ਕੱਢਿਆ, ਕਹਿਣ ਲੱਗੇ ਲਓ ਗੁਰੂ ਸਾਹਿਬ ਵੱਲੋਂ ਇਹ ਤੁਹਾਨੂੰ ਸੁਨੇਹਾ ਹੈ। ਸਿੱਧਾ ਫੜਿਆ ਉਹਨੇ, ਜਦੋਂ ਪੜ੍ਹਿਆ, ਇਤਿਹਾਸ ਕਹਿੰਦਾ ਵੀ ਜਦੋਂ ਦਾ ਉਹ ਜ਼ਫ਼ਰਨਾਮਾ ਪੜ੍ਹਿਆ, ਔਰੰਗਜ਼ੇਬ ਪਰਤ ਕੇ ਮੰਜੇ ਤੋਂ ਨਹੀਂ ਉੱਠਿਆ, ਮੰਜੇ ਤੇ ਪੈ ਗਿਆ। ਉਹ ਕਿਹੜੀ ਸ਼ਕਤੀ ਸੀ? ਉਹ ਗੁਰੂ ਦੇ ਖਿਆਲ ਸਨ ਤੇ ਸੱਚਾਈ ਨੂੰ ਉਹਦੇ ਸਾਹਮਣੇ ਲਿਆਂਦਾ ਗਿਆ ਸੀ, ਸ਼ਬਦਾਂ ਨਹੀਂ। ਇਹਨੂੰ ਕਹਿੰਦੇ ਨੇ ਸ਼ਬਦ ਦਾ ਵਾਰ। ਸ਼ਸਤਰ ਦੇ ਵਾਰ ਤੋਂ ਕੋਈ ਬਚ ਸਕਦਾ, ਸ਼ਬਦ ਤੋਂ ਨਹੀਂ ਬਚਿਆ ਕੋਈ। ਇਹ ਵੱਖਰੀ ਗੱਲ ਹੈ, ਸਿੱਖੀ ਵਿੱਚ ਸ਼ਬਦ ਦੁਆਰਾ ਮਨੁੱਖ ਦੇ ਮਨ ਨੂੰ ਮਾਰਨ ਦਾ ਵਿਗਿਆਨ ਹੈ, ਸਰੀਰ ਨੂੰ ਨਹੀਂ। ਪਰ ਸ਼ਬਦ ਕੁਝ ਵੀ ਕਰ ਸਕਦਾ ਹੈ, ਸਰੀਰ ਦੀਆਂ ਬਿਮਾਰੀਆਂ ਵੀ ਖਤਮ ਕਰ ਸਕਦਾ ਹੈ, ਸਰੀਰ ਦੇ ਵਿੱਚ ਦਵਾਈ ਵੀ ਪੈਦਾ, ਸਭ ਕੁਝ ਹੋ ਸਕਦਾ ਹੈ, ਉਹਨੂੰ ਜਿੰਦਾ ਵੀ ਕਰ ਸਕਦਾ ਹੈ, ਮਾਰ ਵੀ ਸਕਦਾ। ਖੈਰ ਇਹ ਵਿਸ਼ੇ ਕਰਨ ਦੇ ਨੇ, ਜਿੰਨਾ ਚਿਰ ਸਾਹਮਣੇ ਨਹੀਂ ਹੁੰਦਾ ਮਨੁੱਖ ਮੰਨੇਗਾ ਨਹੀਂ। ਤਾਂ ਇਤਿਹਾਸ ਕਹਿੰਦਾ ਉਸ ਦਿਨ ਤੋਂ ਬਾਅਦ ਔਰੰਗਜ਼ੇਬ ਮੰਜੇ ਤੋਂ ਨਹੀਂ ਉੱਠਿਆ, ਔਰ ਮੰਜੇ ਤੇ ਪਿਆ ਰਿਹਾ ਔਰ ਸਰੀਰ ਤਿਆਗ ਗਿਆ। ਇਹਨੂੰ ਕਹਿੰਦੇ ਨੇ ਖਿਆਲ ਦਾ ਵਾਰ ਕਰਨਾ। ਉਹਦੇ ਬਾਰੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ, ਖਲ ਖੰਡ ਖਿਆਲ ਜਿਹੜੇ ਦੁਸ਼ਟ ਨੇ, ਤੂੰ ਉਹਨਾਂ ਨੂੰ ਇੱਕ ਖਿਆਲ ਦੁਆਰਾ ਖੰਡਿਤ ਕਰ ਦੇਣਾ ਹੈ, ਤੋੜ ਦੇਣਾ, ਖਤਮ ਕਰ ਦੇਣਾ। ਗੁਰ ਬਰ ਅਕਾਲ, ਤੇਰੀ ਜਿਹੜੀ ਸ਼ਕਤੀ ਹੈ, ਬਰ ਦਾ ਅਰਥ ਹੈ ਸ਼ਕਤੀ, ਗੁਰ ਸਦਾ ਹੀ ਕਾਇਮ ਰਹਿਣ ਵਾਲੀ ਹੈ, ਕਾਲ ਤੋਂ ਰਹਿਤ ਹੈ, ਤੇਰੇ ਵਿੱਚ ਬਲ ਬਹੁਤ ਜ਼ਿਆਦਾ ਹੈ ਔਰ ਤੂੰ ਮੌਤ ਤੋਂ ਰਹਿਤ ਹੈ। ਫਿਰ ਸਾਹਿਬ ਕਹਿੰਦੇ ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ। ਜਿਹੜੇ ਤੇਰੇ ਭਗਤ ਹਨ, ਜਿਹੜੇ ਤੇਰੇ ਪਿਆਰੇ ਨੇ, ਉਹ ਘਰ ਘਰ ਪ੍ਰਣਾਮ, ਪ੍ਰਣਾਮ ਕਰਦੇ ਰਹਿੰਦੇ ਤੈਨੂੰ। ਕਿਹੜੇ ਘਰ ਵਿੱਚ? 2 ਵਾਰੀ ਘਰ ਸ਼ਬਦ ਆਇਆ ਹੈ। ਪਹਿਲੇ ਘਰ ਦਾ ਅਰਥ ਹੈ ਸਰੀਰ, ਦੂਜੇ ਘਰ ਦਾ ਅਰਥ ਹੈ ਸੁਰਤ। ਉਹ ਸਰੀਰ ਦੁਆਰਾ ਵੀ ਤੇਰੇ ਅੱਗੇ ਝੁਕਦੇ ਨੇ, ਸਿਜਦਾ ਕਰਦੇ ਨੇ। ਔਰ ਦੂਜੇ ਘਰ ਦਾ ਅਰਥ ਹੈ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਨ ਰੂਪੀ ਘਰ ਦੇ ਅੰਦਰ ਵੀ ਪ੍ਰਣਾਮ ਤੇਰੇ ਅੱਗੇ ਝੁਕਦੇ ਹਨ। ਔਰ ਤੈਨੂੰ ਯਾਦ ਕਿਵੇਂ ਕਰਦੇ? ਕਹਿੰਦੇ ਚਿੱਤ ਚਰਨ ਨਾਮ, ਤੇਰੇ ਚਰਨਾਂ ਨਾਲ ਜੁੜੇ ਰਹਿੰਦੇ। ਤੇ ਤੇਰੇ ਚਰਨ ਕਿਹੜੇ ਨੇ? ਚਰਨ ਨਾਮ, ਨਾਮ ਰੂਪੀ ਚਰਨਾਂ ਦੇ ਨਾਲ। ਇੱਥੇ ਜਿਹੜਾ ਵਿਸ਼ਾ ਹੈ, ਕਈ ਵਾਰੀ ਮੈਂ ਕਿਹਾ ਪਹਿਲਾਂ ਵੀ ਨਾਮ ਜਿਹੜਾ ਉਹਨੂੰ ਚਰਨ ਕਿਹਾ ਬਾਣੀ ਵਿੱਚ, ਪਰਮਾਤਮਾ ਦੇ ਚਰਨ ਕਿਹਾ। ਇਹਦੇ ਅਰਥ ਕਈ ਵਾਰੀ ਕੋਈ ਗੁਰਮੁਖ ਸ਼ਰਧਾ ਹੁੰਦੀ ਹੈ, ਭਾਵਨਾ ਹੁੰਦੀ, ਕਿਉਂਕਿ ਨਾਮ ਜਿਹੜਾ ਬੜਾ ਉੱਚਾ ਹੈ। ਤੇ ਜਦੋਂ ਆਪਾਂ ਕਹਿੰਦੇ ਹਾਂ ਵੀ ਇਹ ਪਰਮਾਤਮਾ ਦੇ ਚਰਨ ਨੇ, ਇਹ ਸੱਚਾਈ ਹੈ। ਨਾਮ ਹੀ ਚਰਨ ਹੈ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ। ਇਹ ਕਿਹੜੇ ਨੇ ਚਰਨ ਕਮਲ? ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਰੇ। ਇਹ ਚਰਨ ਕਿਹੜੇ ਨੇ? ਹੋਰ ਕੋਈ ਨਹੀਂ ਹਨ, ਸ਼ਬਦ ਹੈ। ਜਾਂ ਬਾਣੀ ਵਿੱਚ ਸ਼ਬਦ ਆਉਂਦੇ ਨੇ, ਹਮਾਰਾ ਇਹ ਕਿਰਪਾ ਕੀਜੈ।
मेरे ते किरपा कर दियो, रहमत कर दियो। कादी किरपा कर दियो जी? हमारे ऐ किरपा कीजै, अल मकरंद चरण कमल स्यों मन फेर फेर रीजै। मेरे ते किरपा कर दियो। अल मकरंद, अल कहते ने भवरे नूं, मकरंद कहते ने कमल के फुੱਲ ਦੇ ਉੱਤੇ ਜਿਹੜੀ ਉਹ ਧੂੜੀ ਜੀ ਹੁੰਦੀ ਜਦੋਂ ਉੱਤੇ ਭੌਰਾ ਵਾਰ-ਵਾਰ ਬਹਿੰਦਾ। ਹਜੂਰ ਕਹਿੰਦੇ ਨੇ ਮੇਰੇ ਤੇ ਕਿਰਪਾ ਕਰ ਦਿਓ, ਜਿਵੇਂ ਭੌਰਾ ਵਾਰ-ਵਾਰ ਕਮਲ ਦੇ ਫੁੱਲ ਦੇ ਉੱਤੇ ਪਈ ਹੋਈ ਮਕਰੰਦ ਦੇ ਉੱਤੇ ਧੂੜ ਦੇ ਉੱਤੇ ਡਿੱਗਦਾ ਹੈ ਨਾ, ਉਹਦੀ ਵਾਸ਼ਨਾ ਨਾਲ ਮਨ ਫੇਰ ਫੇਰ ਰੀਝੈ, ਉੱਡ ਕੇ ਜਾਂਦਾ ਹੈ ਤੇ ਫਿਰ ਨਹੀਂ ਜਾਇਆ ਜਾਂਦਾ, ਫਿਰ ਡਿੱਗ ਪੈਂਦਾ। ਕਈ ਵਾਰੀ ਸਾਨੂੰ ਪਤਾ ਹੁੰਦਾ ਹੈ ਬਈ ਆਹ ਜਿਹੜੀ ਚੀਜ਼ ਇਹ ਡਾਕਟਰ ਸਾਹਿਬ ਨੇ ਰੋਕੀ ਹੈ, ਖਾਂਦਿਆਂ ਖਾਂਦਿਆਂ ਬੰਦਾ ਪਲੇਟ ਪਰੇ ਕਰਦਾ, ਫਿਰ ਖਿੱਚ ਲੈਂਦਾ, ਫਿਰ ਖਾਂਦਾ ਉਸ ਨੂੰ। ਇਹ ਕਿਰਪਾ ਕਰ ਦਿਓ, ਅਲ ਮਕਰੰਦ ਚਰਨ ਕਮਲ ਸਿਓ, ਤੁਹਾਡੇ ਸ਼ਬਦ ਨਾਲ ਮੇਰਾ ਮਨ ਫਿਰ ਇਸ ਤਰ੍ਹਾਂ ਜੁੜੇ ਜਿਵੇਂ ਭਵਰਾ ਵਾਰ-ਵਾਰ ਕਮਲ ਦੇ ਫੁੱਲ ਤੇ ਡਿੱਗਦਾ ਹੈ। ਅਲ ਮਕਰੰਦ ਚਰਨ ਕਮਲ ਸਿਓ ਮਨ ਫੇਰ ਰੀਝੈ। ਫਿਰ ਕਹਿੰਦੇ ਆਨ ਜਲਾ ਸਿਓ ਕਾਜ ਨਾ ਕਛੁਐ, ਹਰ ਬੂੰਦ ਚਾਤ੍ਰਿਕ ਕਉ ਦੀਜੈ। ਹੋਰ ਕਿਸੇ ਪਾਣੀ ਨਾਲ ਜਿਵੇਂ ਚਾਤ੍ਰਿਕ ਬਬੀਹੇ ਨੂੰ ਪਿਆਰ ਨਹੀਂ ਬਣਦਾ, ਉਹ ਕੇਵਲ ਸ਼ਵਾਂਤੀ ਬੂੰਦ ਨਾਲ ਸਨੇਹ ਕਰਦਾ। ਇਹ ਮੇਰੇ ਅੰਦਰ ਇਸ ਤਰ੍ਹਾਂ ਦੀ ਦਸ਼ਾ ਬਣਾ ਦਿਓ। ਇਸ ਲਈ ਚਿੱਤ ਚਰਨ ਨਾਮ, ਚਰਨਾਂ ਨਾਲ ਜੁੜਨ ਦਾ ਤਰੀਕਾ ਕੀ ਹੈ? ਅਕਾਲ ਪੁਰਖ ਦੇ ਨਾਮ ਨਾਲ ਜੁੜਨਾ। ਸੁਰਤ ਜਦੋਂ ਸ਼ਬਦ ਨਾਲ ਜੁੜਦੀ ਹੈ, ਉਹ ਸੁਰਤ ਚਰਨਾਂ ਨਾਲ ਹੀ ਜੁੜੀ ਹੋਈ ਹੈ। ਅੱਗੇ ਬਚਨ ਕੀਤੇ, ਕਹਿੰਦੇ ਅਨ ਛਿਜ ਗਾਤ, ਗਾਤ ਕਹਿੰਦੇ ਸਰੀਰ ਨੂੰ, ਗਾਤ ਦੇ ਅਰਥ ਸਰੀਰ ਨੇ, ਤਨ। ਅਨ ਛਿਜ, ਤੇਰਾ ਸਰੀਰ ਬੁੱਢਾ ਨਹੀਂ ਹੁੰਦਾ, ਅਨ ਛਿਜਦਾ ਨਹੀਂ, ਪੁਰਾਣਾ ਨਹੀਂ ਹੁੰਦਾ। ਤੂੰ ਸਦੀਵ ਨਵਾਂ ਹੈ, ਤੇਰੇ ਵਿੱਚ ਕਦੀ ਕਮਜ਼ੋਰੀ ਨਹੀਂ, ਕਦੀ ਤੇਰੇ ਸਰੀਰ ਦੇ ਵਿੱਚ ਤੇਰੀ ਉਮਰਾਂ ਨਹੀਂ ਘਟਦੀ। ਸਦਾ ਕਾਲ ਵਾਸਤੇ ਤੂੰ ਨਵਾਂ ਹੈ। ਔਰ ਅਗਲਾ ਗੁਣ ਕਿਆ? ਕਹਿੰਦੇ ਆਜਿਜ ਨਾ ਬਾਤ। ਆਜਿਜ ਇਹ ਸ਼ਬਦ ਬਹੁਤ ਪਿਆਰਾ ਹੈ। ਆਜਿਜ, ਆਜਿਜ ਗੁਲਾਮ ਹੋਣਾ। ਕਿਸੇ ਵੀ ਕੰਮ ਕਰਕੇ ਤੂੰ ਕਦੀ ਕਿਸੇ ਦਾ ਗੁਲਾਮ ਨਹੀਂ ਹੁੰਦਾ ਵੀ ਫਲਾਣੇ ਨੇ ਤੈਨੂੰ ਇਹ ਦੇ ਦਿੱਤਾ, ਤੂੰ ਉਹਦਾ ਗੁਲਾਮ ਹੋ ਗਿਆ। ਸੰਸਾਰ ਵਿੱਚ ਤਾਂ ਇਹ ਚੱਲਦਾ ਹੈ ਨਾ, ਸੰਸਾਰ ਵਿੱਚ ਚੱਲਦਾ ਰਿਹਾ ਹੈ ਕਿ ਤਿਜੋਰੀ ਵਾਲਿਆਂ ਨੇ ਰੱਬ ਨੂੰ ਗੁਲਾਮ ਕਰਨ ਦਾ ਯਤਨ ਕੀਤਾ ਹੈ। ਧਨ ਦੁਆਰਾ ਜਾਂ ਬੜੀਆਂ ਚੀਜ਼ਾਂ ਨੇ ਸੰਸਾਰ ਵਿੱਚ ਜਿਹਦੇ ਦੁਆਰਾ ਕਿਸੇ ਨੂੰ ਤੁਸੀਂ ਗੁਲਾਮ ਕਰ ਸਕਦੇ ਹੋ। ਹਜ਼ੂਰ ਕਹਿੰਦੇ ਨਹੀਂ, ਕੁਝ ਵੀ ਦੇ ਦਿਓ, ਤੁਸੀਂ ਕੁਝ ਵੀ ਦਿਖਾ ਦਿਓ, ਕੁਝ ਵੀ ਅਰਪਣ ਕਰ ਦਿਓ, ਗੁਲਾਮ ਨਹੀਂ ਹੋਵੇਗਾ। ਬਸ ਗੁਲਾਮ ਇੱਕ ਚੀਜ਼ ਨਾਲ ਹੁੰਦਾ ਹੈ ਕਿ ਜਦੋਂ ਕੋਈ ਉਹਨੂੰ ਆਪਣਾ ਮਨ ਵੇਚ ਦਿੰਦਾ, ਉਹਨੂੰ ਪ੍ਰੇਮ ਕਰਦਾ, ਫਿਰ ਉਹਦਾ ਗੁਲਾਮ ਬਣ ਜਾਂਦਾ। ਹੋਰ ਕਿਸੇ ਆਜਿਜ਼ ਨਾ ਬਾਤ, ਕਿਸੇ ਗੱਲ ਦੁਆਰਾ ਵੀ ਉਹ ਆਜਿਜ਼ ਮੁਤਾਜ ਨਹੀਂ ਹੁੰਦਾ, ਗੁਲਾਮ ਨਹੀਂ ਬਣਦਾ। ਸਾਹਿਬ ਅੱਗੇ ਕਹਿੰਦੇ ਅਨ ਝੰਝ ਗਾਤ। ਝੰਝ ਸ਼ਬਦ ਦਾ ਅਰਥ ਹੈ ਜਿਵੇਂ ਕੋਈ ਚੀਜ਼, ਝੰਜਟ ਜਿਸ ਨੂੰ ਕਹਿੰਦੇ ਆ, ਕਿਸੇ ਚੀਜ਼ ਦਾ ਝੰਜਟ ਪੈ ਜਾਏ ਨਾ, ਹੱਲ ਨਹੀਂ ਹੁੰਦਾ, ਨਿਬੜਦਾ ਨਹੀਂ, ਉਹਦਾ ਫੈਸਲਾ ਨਹੀਂ ਹੁੰਦਾ, ਵਿੱਚ ਹੀ ਅਟਕ ਜਾਂਦਾ ਕਈ ਸਾਲ। ਕਹਿੰਦੇ ਤੇਰਾ ਜਿਹੜਾ ਗਾਤ, ਤੇਰਾ ਜਿਹੜਾ ਸਰੀਰ ਹੈ, ਉਹ ਕਦੀ ਕੰਬਦਾ ਨਹੀਂ। ਅਨ ਝੰਝ ਯਾਨੀ ਕਿ ਕਿਸੇ ਝੰਜਟ ਵਿੱਚ ਨਹੀਂ ਪੈਂਦਾ, ਕਿਸੇ ਪ੍ਰਭਾਵ ਥੱਲੇ ਨਹੀਂ ਆਉਂਦਾ। ਅਨ ਰੰਜ ਬਾਤ, ਤੇਰੀਆਂ ਜਿੰਨੀਆਂ ਗੱਲਾਂ ਨੇ ਉਹ ਰੰਜ ਤੋਂ ਰਹਿਤ ਨੇ। ਅਨ ਰੰਜ, ਰੰਜ ਦਾ ਅਰਥ ਹੁੰਦਾ ਗੁੱਸਾ। ਜਦੋਂ ਵੀ ਤੂੰ ਬੋਲਣਾ ਹੈ ਉਹਦੇ ਵਿੱਚ ਗੁੱਸਾ ਨਹੀਂ ਹੁੰਦਾ, ਉਹਦੇ ਵਿੱਚ ਕਦੀ ਕ੍ਰੋਧ ਨਹੀਂ ਹੈ। ਜਦੋਂ ਤੂੰ ਕਿਸੇ ਨੂੰ ਸਜਾਏ ਵੀ ਦੇਣਾ ਹੈ ਤਾਂ ਵੀ ਬੜੇ ਪਿਆਰ ਨਾਲ, ਬੜਾ ਪੁਚਕਾਰ ਕੇ, ਹੱਥ ਫੇਰ ਕੇ, ਬਈ ਕੋਈ ਗੱਲ ਨਹੀਂ, ਤੂੰ ਇਹਨੂੰ ਥੋੜ੍ਹਾ ਜਿਹਾ ਭੁਗਤ ਲੈ, ਹੁਣ ਫਿਰ ਮੈਂ ਤੈਨੂੰ ਆਪਣੇ ਨੇੜੇ ਲਾ ਲਵਾਂਗਾ। ਇਹ ਉਹਦੀ ਮਜਬੂਰੀ ਹੈ, ਕਿਉਂਕਿ ਕਾਨੂੰਨ ਜਿਹੜਾ ਹੈ ਨਾ, ਸਿਸਟਮ ਜਿਹੜਾ ਹੈ, ਉਹਦੇ ਵਿੱਚ ਉਹ ਦਖਲਅੰਦਾਜ਼ੀ ਨਹੀਂ ਕਰਦਾ। ਜਿਵੇਂ ਇੱਕ ਜੱਜ ਹੈ ਅਦਾਲਤ ਦਾ, ਸੁਪਰੀਮ ਕੋਰਟ ਦਾ, ਜੇ ਉਹ ਸਹੀ ਤਰੀਕੇ ਨਾਲ ਤੁਰੇਗਾ ਤਾਂ ਜੇ ਉਹਦਾ ਪੁੱਤਰ ਕੋਈ ਕਤਲ ਕਰਕੇ ਆਇਆ ਤੇ ਇੱਕ ਪਾਸੇ ਤੇ ਘਰ ਵਿੱਚ ਉਹ ਪੁੱਤਰ ਨਾਲ ਸਨੇਹ ਕਰੇਗਾ,
ਮੋਹ ਕਰੇਗਾ ਵੀ ਮੇਰਾ ਪੁੱਤਰ ਹੈ। ਪਰ ਜਦੋਂ ਉਹ ਕਾਨੂੰਨ ਦੇ ਅਨੁਸਾਰ ਸੱਚ ਦੇ ਮਾਰਗ ਤੇ ਤੁਰੇਗਾ ਤੇ ਅਦਾਲਤ ਵਿੱਚ ਕਹੇਗਾ ਵੀ ਬੇਟਾ ਮੈਨੂੰ ਤੇਰੇ ਨਾਲ ਸਨੇਹ ਬੜਾ ਹੈ, ਪਰ ਮੇਰੀ ਫਾਈਲ ਜਿਹੜੀ ਉਹ ਇਹ ਕਹਿੰਦੀ ਵੀ ਤੈਨੂੰ 10 ਸਾਲ ਦੀ ਕੈਦ ਹੈ। ਦੋਵੇਂ ਚੀਜ਼ਾਂ ਇਕੱਠੀਆਂ, ਪਿਆਰ ਵੀ ਤੇ ਸਜ਼ਾ ਵੀ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਜਿਹੜਾ ਰੱਬ ਦਾ ਪਿਆਰਾ ਬਾਣੀ ਪੜ੍ਹਨ ਵਾਲਾ ਉਹਨੂੰ ਸਜ਼ਾ ਕਿਉਂ? ਹੁਣ ਜਿਹੜੇ ਕੰਮ ਕੀਤੇ ਨੇ ਉਹਦਾ ਕੀ ਕਰੇ ਰੱਬ? ਉਹ ਜੱਜ ਹੀ ਇੰਨਾ ਨਿਰਪੱਖ ਹੈ, ਉਹ ਜੱਜ ਇੰਨਾ ਨਿਰਪੱਖ ਹੈ, ਉਹ ਕਹਿੰਦਾ ਹੈ ਵੀ ਹੁਣ ਪਿਆਰ ਤੇ ਮੈਨੂੰ ਤੇਰੇ ਨਾਲ ਬੜਾ ਹੈ, ਤੂੰ ਮੇਰਾ ਪੁੱਤਰ ਹੈ, ਆਹ ਸਜ਼ਾ ਤੂੰ ਮੈਂ ਤੈਨੂੰ ਦੇਣ ਲੱਗਾ, ਭੁਗਤ ਲਈ ਪਿਆਰ ਨਾਲ, ਮੈਂ ਤੇਰੇ ਨਾਲ ਰਵਾਂਗਾ। ਦੱਸ ਤੈਨੂੰ ਚਾਹੀਦਾ ਕੀ ਇਹ ਕੈਦ ਵਿੱਚ? ਉਹ ਵੀ ਦੇ ਦਿਆਂਗਾ। ਜਿਹੜਾ ਮਿਲ ਕੇ ਚੱਲਿਆ। ਇਸ ਲਈ ਕਦੀ ਕਦੀ ਦੁੱਖ ਵੀ ਧਾਰਮਿਕ ਬੰਦੇ ਨੂੰ ਆਉਂਦਾ ਹੈ, ਉਹਦੇ ਵਿੱਚ ਵੀ ਰੱਬ ਦਾ ਸਾਥ ਹੁੰਦਾ ਹੈ, ਦੁੱਖ ਦੇਣ ਵਿੱਚ ਵੀ ਤੇ ਦੁੱਖ ਨੂੰ ਅੱਗੇ ਪਾਸ ਕਰਨ ਵਿੱਚ। ਜਾਂ ਫਿਰ ਕਦੀ ਕਦੀ ਇਸ ਤਰ੍ਹਾਂ ਦਾ ਤਰੀਕਾ ਹੋ ਜਾਂਦਾ ਵੀ ਮੇਰੀ ਬੰਦੀ, ਇਹਦਾ ਇੱਕੋ ਹੀ ਤਰੀਕਾ, ਹੋਰ ਕੋਈ ਨਹੀਂ ਹੈ। ਉਹ ਵੀ ਕਦੀ ਕਦੀ ਹੁੰਦਾ, ਮੇਰੀ ਬੰਦੀ ਭਗਤ ਛੁਡਾਵੇ। ਕਈ ਵਾਰੀ ਕਿਸੇ ਦੀ ਗੱਲ ਉਹਨੂੰ ਬਹੁਤ ਮੰਨਣੀ ਪੈਂਦੀ, ਵੈਸੇ ਉਹ ਗੁੱਸੇ ਵਾਲਾ ਨਹੀਂ, ਇਸ ਲਈ ਕਹਿੰਦੇ ਅਨਰੰਜ ਬਾਤ, ਤੇਰੀਆਂ ਗੱਲਾਂ ਵਿੱਚ ਕੋਈ ਗੁੱਸਾ ਨਹੀਂ। ਅਨ ਟੁੱਟ ਭੰਡਾਰ, ਤੂੰ ਇੰਨਾ ਕੁਝ ਸੰਸਾਰ ਨੂੰ ਵੰਡਣਾ ਹੈ, ਤੇਰੇ ਭੰਡਾਰ ਕਦੀ ਟੁੱਟਦੇ ਨਹੀਂ, ਅਟੁੱਟ। ਜਿਵੇਂ ਆਪਾਂ ਕਹਿੰਦੇ ਆ ਨਾ, ਇਸ਼ਤਿਹਾਰਾਂ ਦੇ ਉੱਤੇ ਲਿਖਿਆ ਹੁੰਦਾ ਅਟੁੱਟ ਲੰਗਰ ਵਰਤੇਗਾ। ਪਰ ਸਾਡੀ ਇੱਕ ਗਲਤੀ ਹੈ ਵੀ ਲੰਗਰ ਅਟੁੱਟ ਰੱਖਦੇ ਹਾਂ, ਦੀਵਾਨ ਨਹੀਂ ਅਟੁੱਟ ਰੱਖਦੇ ਅਸੀਂ। ਦੀਵਾਨ ਟੁੱਟ ਜਾਂਦਾ ਹੈ। ਮੈਂ ਕਈ ਥਾਵਾਂ ਤੇ ਜਾਂਦਾ, ਉਹ ਕਹਿੰਦੇ ਜੀ ਇੱਧਰ ਤੁਸੀਂ ਕਥਾ ਕਰੋਗੇ, ਚਲੋ ਵਿੱਚੋਂ ਲੰਗਰ ਵੀ ਚੱਲ ਜਾਏਗਾ। ਤਾਂ ਇਹ ਅਟੁੱਟ ਨਹੀਂ ਹੋਣਾ ਚਾਹੀਦਾ। ਸਾਨੂੰ ਇਸ਼ਤਿਹਾਰਾਂ ਦੇ ਉੱਤੇ ਲਿਖਣਾ ਚਾਹੀਦਾ ਵੀ ਪਹਿਲਾਂ ਰਹੇਗਾ ਅਟੁੱਟ ਦੀਵਾਨ, ਟੁੱਟੇਗਾ ਨਹੀਂ। ਯਾਨੀ ਕਿ ਜਿੰਨਾ ਚਿਰ ਦੀਵਾਨ ਹੈ ਉਹਨਾਂ ਚਿਰ ਲੰਗਰ ਨਹੀਂ ਚੱਲੇਗਾ। ਤੇ ਜਦੋਂ ਦੀਵਾਨ ਦੀ ਸਮਾਪਤੀ ਹੋਵੇਗੀ ਫਿਰ ਲੰਗਰ ਨਹੀਂ ਟੁੱਟੇਗਾ, ਜਿੰਨਾ ਮਰਜ਼ੀ ਛਕ ਲਓ, ਜਾਂ ਪਹਿਲਾਂ ਛਕੋ ਜਾਂ ਬਾਅਦ ਵਿੱਚ। ਇਸ ਲਈ ਕਹਿੰਦੇ ਉਹਦੇ ਭੰਡਾਰ ਜਿਹੜੇ ਅਨਟੁੱਟ ਭੰਡਾਰ, ਅਨਠੱਟ ਅਪਾਰ। ਅਨਠੱਟ, ਠੱਟ ਦਾ ਅਰਥ ਹੈ ਕਾਇਮ ਕਰਨਾ, ਉਹ ਕਿਸੇ ਦੁਆਰਾ ਕਾਇਮ ਕੀਤਾ ਹੋਇਆ ਨਹੀਂ। ਅੱਗੇ ਉਹਦੇ ਇੱਕ ਦੋ ਗੁਣ ਨੇ, ਆ ਡੀਠ ਧਰਮ, ਉਹਦਾ ਧਰਮ ਕਦੀ ਕਿਸੇ ਨੂੰ ਦਿਸਿਆ ਨਹੀਂ। ਅਤ ਢੀਠ ਕਰਮ, ਤੇ ਉਹਦੇ ਕਰਮ ਜਿਹੜੇ ਨੇ, ਢੀਠ ਸ਼ਬਦ ਵੈਸੇ ਬੜਾ ਮਾੜਾ ਗਿਣਿਆ ਗਿਆ। ਆਪਾਂ ਕਹਿੰਦੇ ਹਾਂ ਫਲਾਣਾ ਬਹੁਤ ਢੀਠ ਹੈ, ਗੁਰੂ ਸਾਹਿਬ ਨੇ ਇੱਥੇ ਸ਼ਬਦ ਅਕਾਲ ਪੁਰਖ ਲਈ ਵਰਤਿਆ। ਕਈ ਵਾਰੀ ਕੋਈ ਸੱਜਣ ਕਹਿੰਦੇ ਵੀ ਰੱਬ ਵਾਸਤੇ ਵੀ ਤਾਂ ਢੀਠ ਲਿਖੇ ਹੀ ਹੈ ਨਾ ਗੁਰੂ ਨੇ, ਆਪਾਂ ਵੀ ਢੀਠ ਹੋ ਜਾਂਦੇ ਹਾਂ, ਯਾਨੀ ਕਿ ਸੁਣੀ ਜਾਣਾ ਤੇ ਮੰਨਣਾ ਨਾ। ਪਰ ਅਤ ਢੀਠ ਦੇ ਅਰਥ ਅਣਬ੍ਰਣ ਅਨੰਤ ਦਾਤਾ ਮਹੰਤ। ਇਹ ਜਿਹੜਾ ਲਫ਼ਜ਼ ਹੈ ਇਹ ਥੋੜ੍ਹੀ ਜਿਹੀ ਵਿਆਖਿਆ ਮੰਗਦਾ, 10 ਮਿੰਟ ਦੀ ਕੱਲ੍ਹ ਨੂੰ ਇਸ ਪ੍ਰਕਰਨ ਵਿੱਚ ਜੋੜ ਕੇ ਆਪਾਂ ਅੱਗੇ ਕਰਾਂਗੇ। ਆਓ ਹੁਣ ਸਮੇਂ ਦੀ ਸਮਾਪਤੀ ਹੈ। ਆਨੰਦ ਸਾਹਿਬ ਦੀ ਬਾਣੀ